ਸਿਆਸਤ ਭਰਾ ਨੂੰ ਭਰਾ ਨਾਲ ਲੜਾ ਦਿੰਦੀ ਹੈ। ਚੀਜ਼ ਆਉਂਦੀ ਹੈ ਕਦੇ ਮਾਈਂਡ ਦੇ ਵਿੱਚ ਵੀ ਵੱਡਾ ਭਰਾ ਕਿਤੇ ਹੋਰ ਵੀ ਲੈ ਸਕਦਾ ਸੀ। ਵੱਡਾ ਫੇਸ ਨੇ ਪ੍ਰਤਾਪ ਸਿੰਘ ਬਾਜਵਾ, ਤੁਹਾਡੇ ਵੱਡੇ ਭਰਾ ਨੇ। ਲੋਕਾਂ ਨੇ ਕਿਹਾ ਕਿ ਕੋਈ ਨਾ ਬਾਜਵਾ ਸਾਹਿਬ ਫਿਰ ਕੀ ਵੱਡੇ ਭਰਾ ਦੀ ਮਦਦ ਕਰ ਦਿਓ, ਤੁਸੀਂ ਬੀਜੇਪੀ 'ਚ ਨਾ ਜਾ ਕੇ ਕਾਂਗਰਸ 'ਚ ਰਹਿ ਕੇ ਪ੍ਰਤਾਪ ਸਿੰਘ ਬਾਜਵਾ ਆਪਣੇ ਵੱਡੇ ਭਰਾ ਦੀ ਮਦਦ ਕਰ ਦਿੰਦੇ ਸੀ। 5 ਸਾਲ ਕਾਦੀਆਂ 'ਚ ਕੰਮ ਕੀਤਾ, ਲੋਕਾਂ ਦੇ ਦਿਲਾਂ 'ਚ ਰਾਜ ਕੀਤਾ, ਡਿਵੈਲਪਮੈਂਟ ਕੀਤੀ। ਸਾਡੀ ਉਸ ਚੀਜ਼ ਨੂੰ ਅੱਖੋਂ ਪਰੋਖੇ ਕਰਕੇ ਪਾਰਟੀ ਇੱਕ 12 ਸਾਲਾਂ ਬਾਅਦ ਇੱਕ ਮੈਂਬਰ ਰਾਜ ਸਭਾ ਦੇ ਮੈਂਬਰ ਨੂੰ ਕਾਦੀਆਂ ਲੜਾਉਣਾ ਚਾਹੀਦੀ। ਕਿਉਂ? ਹੁਣ ਜਾਂ ਤਾਂ ਮੈਂ ਲੋਕਾਂ ਦੇ ਦਿਲਾਂ 'ਚ ਰਾਜ ਕਰਾਂ, ਲੋਕਾਂ ਦੇ ਕੰਮ ਕਰਾਂ, ਡਿਵੈਲਪਮੈਂਟ ਕਰਾਂ, ਤੇ ਜਾਂ ਮੈਂ ਹਾਈ ਕਮਾਂਡ ਕੋ ਜਾ ਕੇ ਆਪਣੀ ਹਾਜ਼ਰੀ ਦੇਵਾਂ। ਤੇ ਮੈਂ ਹਾਈ ਕਮਾਂਡ ਕੋ ਹਾਜ਼ਰੀ ਦੇਣ ਵਾਲੇ ਬੰਦਿਆਂ 'ਚ ਨਹੀਂ। ਲੜਨਾ ਇਲੈਕਸ਼ਨ ਕਾਦੀਆਂ ਤੋਂ ਕਿੱਥੋਂ? ਬਟਾਲੇ ਤੋਂ ਜੀ। ਕਾਦੀਆਂ ਦੀ ਟਿਕਟ ਤੇ ਦੇਤੀ ਇਹਨਾਂ ਨੇ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਦੇਤੀ, ਜਿਨ੍ਹਾਂ ਦਾ ਹੈ ਹੀ ਕੁਝ ਨਹੀਂ। ਅਸੀਂ ਹੁਣ ਆਲਰੇਡੀ ਲਿਖ ਕੇ ਭੇਜਿਆ ਵੀ ਬਹੁਤ ਕਮਜ਼ੋਰ ਕੈਂਡੀਡੇਟ ਦਿੱਤਾ ਗਿਆ, ਔਰ ਇੱਥੋਂ ਐਂ ਲੱਗਦਾ ਵੀ ਕਿਤੇ ਮੈਚ ਫਿਕਸਿੰਗ ਤੇ ਨਹੀਂ ਹੋਈ। ਲੱਗਦਾ ਕਿ ਇੱਥੇ ਆਧਾਰ ਹੈਗਾ ਢੀਂਡਸਾ ਹੋਣਾ ਦਾ ਇਸ ਏਰੀਆ ਦੇ ਵਿੱਚ, ਮਾਝੇ ਦੇ ਵਿੱਚ। ਸਿੱਧੂ ਦਾ ਕੀ ਰੋਲ ਰਹਿਣ ਵਾਲਾ ਇਸ ਇਲੈਕਸ਼ਨ ਦੇ ਵਿੱਚ, ਕਿਵੇਂ ਦੇਖ? ਮੈਂ ਸਮਝਦਾ ਨਵਜੋਤ ਡੇ ਬਾਈ ਡੇ ਵੀਕ ਹੋਇਆ। ਲੋਕਾਂ ਨੂੰ ਐਂ ਲੱਗਾ ਵੀ ਇਹ ਰੌਲਾ ਜ਼ਿਆਦਾ ਹੈ ਤੇ ਇਹਦੇ ਵਿੱਚ ਸੱਚਾਈ ਘੱਟ ਹੈ। ਪੰਜਾਬ ਮਾਡਲ ਕੀ ਕਰਨਾ ਹੈ? ਪੰਜਾਬ ਮਾਡਲ ਦਾ ਕਿਹਨੂੰ ਨਹੀਂ ਆਉਂਦਾ। ਸਰਕਾਰ ਚੰਗੀ ਚਲਾਣੀ, ਸਰਕਾਰ ਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ, ਇਹ ਸਾਰੀਆਂ ਚੀਜ਼ਾਂ ਬਹੁਤ ਡਿਪੈਂਡ ਕਰਦੀਆਂ। ਕਦੇ ਮੁੱਖ ਮੰਤਰੀ ਬਣ ਸਕਦੇ ਨਵਜੋਤ ਸਿੰਘ ਸਿੱਧੂ? ਮੁਸ਼ਕਲ ਲੱਗ ਰਿਹਾ ਮੈਨੂੰ। ਕਿ ਸੁਖੀ ਰੰਧਾਵਾ ਹੁਣੀ ਜਦੋਂ ਸੀਐਮ ਬਣਨ ਜਾ ਰਹੇ ਸੀਗੇ, ਸੀਐਮ ਬਣ ਚੱਲੇ ਸੀ, ਕਹਿੰਦੇ ਕਿ ਸਿੱਧੂ ਨੇ ਰੋੜਾ ਅਟਕਾਤਾ। ਚੰਨੀ ਜੀ ਆਪਣੀ ਖੈਰ ਮਨਾਨ ਚੰਨੀ, ਕਿਉਂਕਿ ਜਿਹੜਾ ਚੋਰ ਨੂੰ ਪਾਲਾ ਹੁੰਦਾ ਨਾ, ਇਹਨਾਂ ਸਾਰਿਆਂ ਨੇ ਰੱਜ ਕੇ ਐਸਐਸਪੀਆਂ ਦੀਆਂ ਬਦਲੀਆਂ ਤੱਕ ਪੈਸੇ ਖਾਦੇ ਆ। ਹਰ ਇੱਕ ਨੂੰ ਪਤਾ, ਤੁਹਾਨੂੰ ਪਤਾ ਹੈ। ਇਹਨਾਂ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਮੁੱਦਾ ਇੱਕ ਕੈਬਨਿਟ ਮਿਨਿਸਟਰ ਵੱਲੋਂ ਚੁੱਕਿਆ ਗਿਆ ਸੀ ਵੀ ਜਿਹੜੇ ਐਸਐਸਪੀ ਲੱਗ ਰਹੇ ਨੇ, ਪੈਸੇ ਲੈ ਕੇ ਐਸਐਸਪੀ ਲਾਏ ਜਾ ਰਹੇ। ਕਿਸ ਕਿਸਮ ਦੀ ਇਹ ਸਰਕਾਰ ਸੀ? ਆ ਚੁੱਕੀ ਕਿਉਂ ਨਹੀਂ? ਤੁਸੀਂ ਕਾਂਗਰਸ 'ਚ ਰਹਿੰਦੇ। ਪ੍ਰਾਈਮ ਮਿਨਿਸਟਰ ਆਉਂਦਾ ਹੈ, ਉਹ ਤੁਹਾਡੇ ਸੂਬੇ ਨੂੰ 2 ਲੱਖ ਕਰੋੜ ਦੇ ਪ੍ਰੋਜੈਕਟ ਦਿੰਦੇ। ਤੁਹਾਨੂੰ ਇਹ ਉਹਨਾਂ ਦਾ ਇੱਕ ਪਿਆਰ ਵਿਖਾਉਣ ਦਾ ਇੱਕ ਤਰੀਕਾ ਸੀ ਵੀ ਆਓ ਮੈਂ ਇੱਕ ਕਦਮ ਅੱਗੇ ਵਧਾਣਾ, ਤੁਸੀਂ ਮੇਰੀ ਬਾਹ ਫੜੋ, ਮੈਂ ਪੰਜਾਬ ਨੂੰ ਇਸ ਫਾਈਨੈਂਸ਼ੀਅਲ ਮੈਸ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦਾ। ਲੌਜਿਕ ਬਾਜਵਾ ਸਾਹਿਬ ਇਹ ਦੱਸਦੇ ਆ ਲੋਕ, ਕਹਿੰਦੇ ਕਿ 700 ਲੋਕ ਸਾਡੇ ਮਰ ਕੇ ਸ਼ਹੀਦ ਹੋ ਗਏ ਬਾਰਡਰ ਤੇ, ਕਹਿੰਦੇ ਉਦੋਂ ਹੱਥ ਵਧਾਉਣਾ ਚਾਹੀਦਾ ਸੀ। ਕਾਂਗਰਸੀ ਆਗੂ ਵੀ ਇਹ ਗੱਲ ਕਹਿੰਦੇ ਆ, ਚੰਨੀ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਤੁਸੀਂ, ਉਹਨਾਂ ਨੇ ਵੀ ਇਹ ਗੱਲ ਕਹੀ, ਕਹਿੰਦੇ ਕਿ ਸਿਕਿਉਰਿਟੀ ਬ੍ਰੀਚ ਨਾਂ ਦੀ ਕੋਈ ਚੀਜ਼ ਨਹੀਂ ਹੋਈ, ਇਹਨਾਂ ਨੇ ਤਾਂ ਪੋਲਰਾਈਜੇਸ਼ਨ ਕਰਨਾ, ਇਸ ਤਰੀਕੇ ਨਾਲ ਕਰ ਲੈਣਗੇ। ਮੇਰੀ ਗੱਲ ਸੁਣੋ, ਚੰਨੀ ਜੀ ਨੇ ਕੋਈ ਚੱਜ ਦਾ ਕੰਮ ਕੀਤਾ? ਕੀ ਕੀਤਾ? ਆ ਠੇਕੇ ਰੇਤੇ ਦੇ ਆ ਤੁਹਾਡੇ ਸਾਹਮਣੇ ਰੇਟ ਜਿਹੜੇ ਹੋਣੇ ਸ਼ੁਰੂ ਹੋਏ, ਤਕਲੀਫ ਕੀ? ਪੈਸੇ ਕਿੱਥੋਂ ਨਿਕਲ ਰਹੇ ਨੇ? ਚੰਨੀ ਜੀ ਦੇ ਭਨੇਵੇਂ ਦੇ ਘਰੋਂ, ਹੋਰ ਕਿਸੇ ਦੇ ਘਰਾਂ 'ਚ ਕਿਉਂ ਨਹੀਂ? ਇਹ ਸਾਰੇ ਇਹਨਾਂ ਦੇ ਟੱਬਰ ਦੇ ਕਿਤੇ ਰੇਟ ਕਰਦੀ ਈਡੀ ਤੇ ਘੱਟੋ ਘੱਟ 10,000 ਕਰੋੜ ਨਿਕਲਣਾ ਸੀ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਸਿਆਸਤ ਅਜਿਹੀ ਸ਼ੈ ਹੈ ਜਿਹੜੀ ਭਾਈ ਨੂੰ ਭਾਈ ਦੇ ਨਾਲ ਲੜਾ ਦਿੰਦੀ ਹੈ। ਸਿਆਸਤ ਇਹੋ ਜਿਹੀ ਸ਼ੈ ਹੈ ਜਿਹੜੀ ਭਾਈਆਂ ਨੂੰ ਦੂਰ ਕਰ ਦਿੰਦੀ ਹੈ ਇੱਕ ਦੂਸਰੇ ਤੋਂ। ਔਰ ਅਸੀਂ ਗੱਲ ਕਰ ਰਹੇ ਹਾਂ ਇੱਕ ਲਾਈਵ ਐਗਜ਼ਾਮਪਲ ਦੀ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਫਤਿਹਜੰਗ ਸਿੰਘ ਬਾਜਵਾ ਦੋ ਸਕੇ ਭਰਾ, ਔਰ ਪ੍ਰਤਾਪ ਸਿੰਘ ਬਾਜਵਾ ਜੋ ਕਿ ਵੱਡੇ ਭਰਾ ਰਾਜ ਸਭਾ ਮੈਂਬਰ ਤੇ ਛੋਟਾ ਭਰਾ ਫਤਿਹਜੰਗ ਸਿੰਘ ਬਾਜਵਾ, ਉਹਨਾਂ ਦੀ ਸੀਟ ਤੇ ਕਾਂਗਰਸ ਨੇ ਉਤਾਰ ਦਿੱਤਾ ਚੋਣ ਮੈਦਾਨ ਦੇ ਵਿੱਚ, ਔਰ ਫਤਿਹਜੰਗ ਸਿੰਘ ਬਾਜਵਾ ਨੂੰ ਪਾਰਟੀ ਛੱਡਣੀ ਪੈਂਦੀ ਹੈ। ਗੱਲਬਾਤ ਕਰਦੇ ਹਾਂ ਬੀਜੇਪੀ ਕਿਉਂ ਚੰਗੀ ਲੱਗਣ ਲੱਗ ਗਈ, ਔਰ ਕਾਂਗਰਸ ਦੇ ਵਿੱਚ ਕੀ ਕਮੀਆਂ ਸੀ, ਤੇ ਫਤਿਹਜੰਗ ਸਿੰਘ ਬਾਜਵਾ ਦਾ ਅਗਲਾ ਪਲਾਨ ਕੀ ਹੈ। ਬਾਜਵਾ ਸਾਹਿਬ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਠੀਕ ਹੈ। ਗੱਲ ਸਿਆਸਤ ਭਰਾ ਨੂੰ ਭਰਾ ਨਾਲ ਲੜਾ ਦਿੰਦੀ ਹੈ। ਨਹੀਂ, ਮੈਂ ਸਮਝਦਾ ਸਿਆਸਤ ਭਰਾ ਨੂੰ ਭਰਾ ਨਾਲ ਨਹੀਂ ਲੜਾਉਂਦੀ। ਸਿਆਸਤ ਦਾ ਮਿਆਰ ਇਹਨਾਂ ਪਾਰਟੀਆਂ ਦਾ ਗਿਰ ਚੁੱਕਾ ਹੈ, ਜਿਸ ਕਰਕੇ ਫਤਿਹਜੰਗ ਸਿੰਘ ਬਾਜਵਾ ਨੇ ਬੀਜੇਪੀ 'ਚ ਆਉਣ ਦਾ ਇੱਕ ਮਨ ਬਣਾਇਆ। ਜਿਸ ਵਕਤ ਕਾਂਗਰਸ ਦੇ ਵਿੱਚ ਇਹ ਸਾਰਾ ਕਾਟੋ ਕਲੇਸ਼ ਚੱਲ ਰਿਹਾ ਸੀ, 4 ਡਿਫਰੈਂਟ ਪਾਵਰ ਸੈਂਟਰ ਖੁੱਲ੍ਹ ਗਏ ਸੀ, ਉਸ ਵਕਤ ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹ ਸਾਰੇ ਇੱਕ ਸਟੇਜ ਤੇ ਆਉਣ, ਕਾਂਗਰਸ ਦੀ ਇਕੱਠੀ ਗੱਲ ਕੀਤੀ ਜਾਵੇ। ਪਰ ਇਹਨਾਂ ਹਰ ਇੱਕ ਦਾ ਕੁਰਸੀ ਨੂੰ ਲੈ ਕੇ ਇਹਨਾਂ ਦੀ ਲੜਾਈ ਸੀ, ਨਾ ਕਿ ਪੰਜਾਬ ਦੇ ਪ੍ਰਤੀ ਕੋਈ ਵਫਾਦਾਰੀ ਜਾਂ ਪੰਜਾਬ ਦੇ ਪ੍ਰਤੀ ਕੋਈ ਸੋਚ ਦੀ ਲੜਾਈ ਸੀਗੀ। ਸੋ ਇਸ ਕਰਕੇ ਮੈਂ ਔਰ ਸਾਰਿਆਂ ਨੂੰ ਜਿਹੜੀ
ਗੱਲ ਇੱਕ ਵੇਖਣ ਵਾਲੀ ਸੀ ਵੀ ਫਤਿਹ ਜੰਗ ਸਿੰਘ ਬਾਜਵਾ ਨੇ 5 ਸਾਲ ਕਾਦੀਆਂ 'ਚ ਕੰਮ ਕੀਤਾ, ਲੋਕਾਂ ਦੇ ਦਿਲਾਂ 'ਚ ਰਾਜ ਕੀਤਾ, ਡਿਵੈਲਪਮੈਂਟ ਕੀਤੀ। ਸਾਡੀ ਉਸ ਚੀਜ਼ ਨੂੰ ਅੱਖੋਂ ਪਰੋਖੇ ਕਰਕੇ ਪਾਰਟੀ ਇੱਕ 12 ਸਾਲਾਂ ਬਾਅਦ ਇੱਕ ਮੈਂਬਰ ਰਾਜ ਸਭਾ ਦੇ ਮੈਂਬਰ ਨੂੰ ਕਾਦੀਆਂ ਲੜਾਉਣਾ ਚਾਹੀਦੀ। ਕਿਉਂ? ਮੈਂ ਕਿਉਂਕਿ ਇਹ ਪਤਾ ਸੀ ਵੀ ਕਾਦੀਆਂ ਦੀ ਸੀਟ ਜਿਹੜੀ ਹੈ ਟੌਪ 10 ਸੀਟਾਂ ਵਿੱਚ ਪੰਜਾਬ ਕਾਂਗਰਸ ਜਿੱਤ ਰਹੀ ਸੀ ਵਿਦ ਬਿਗਰ ਮਾਰਜਨ। ਹੁਣ ਜਾਂ ਤਾਂ ਮੈਂ ਲੋਕਾਂ ਦੇ ਦਿਲਾਂ 'ਚ ਰਾਜ ਕਰਾਂ, ਲੋਕਾਂ ਦੇ ਕੰਮ ਕਰਾਂ, ਡਿਵੈਲਪਮੈਂਟ ਕਰਾਂ, ਤੇ ਜਾਂ ਮੈਂ ਹਾਈ ਕਮਾਂਡ ਕੋ ਜਾ ਕੇ ਆਪਣੀ ਹਾਜ਼ਰੀ ਦੇਵਾਂ। ਤੇ ਮੈਂ ਹਾਈ ਕਮਾਂਡ ਕੋ ਹਾਜ਼ਰੀ ਦੇਣ ਵਾਲੇ ਬੰਦਿਆਂ 'ਚ ਨਹੀਂ, ਮੈਂ ਆਪਣਾ ਰਾਹ ਬਦਲ ਲਿਆ। ਜਦੋਂ ਇਹ ਪਤਾ ਲੱਗ ਗਿਆ ਵੀ ਪਾਰਟੀ ਦੇ ਵਿੱਚ ਹਾਈ ਕਮਾਂਡ ਦੀ ਹਾਜ਼ਰੀ ਜਿਹੜੀ ਉਹ ਜ਼ਿਆਦਾ ਜ਼ਰੂਰੀ ਹੋ ਗਈ ਹੈ, ਉਸ 'ਤੇ ਫਿਰ ਆਪਾਂ ਰਾਹ ਬਦਲਿਆ। ਔਰ ਇੱਕ ਵਾਹਦ ਬੀਜੇਪੀ ਇੱਕ ਇਹੋ ਜਿਹੀ ਪਾਰਟੀ ਹੈ, ਔਰ ਮੈਂ ਅੱਗੇ ਵੀ ਇਹ ਗੱਲ ਕਹੀ ਹੈ, ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਕੈਮਰੇ ਰਾਹੀਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਭਰਾਵਾਂ ਨੇ ਪਿਛਲੇ 20-25 ਸਾਲ ਤੋਂ ਲਗਾਤਾਰ ਗਲਤੀ ਕੀ ਕਰਦੇ ਆ ਰਹੇ ਨੇ। ਜਦੋਂ ਸੈਂਟਰ ਦੇ ਵਿੱਚ ਸਰਕਾਰ 2004 ਤੋਂ 14 ਤੱਕ ਕਾਂਗਰਸ ਦੀ ਸੀ, ਇੱਥੇ ਅਕਾਲੀ ਦਲ ਦਾ 10 ਸਾਲ ਰਾਜ ਰਿਹਾ। ਹੁਣ ਇੱਥੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ, ਨਰਿੰਦਰ ਮੋਦੀ ਜੀ ਪ੍ਰਾਈਮ ਮਿਨਿਸਟਰ ਨੇ, ਤੇ ਇੱਥੇ ਕਾਂਗਰਸ ਦੀ ਸਰਕਾਰ ਲੈ ਆਂਦੀ। ਜਦੋਂ ਵੀ ਸੈਂਟਰ ਔਰ ਸਟੇਟ ਦੀ ਸਰਕਾਰ ਇੱਕ ਨਹੀਂ ਹੋਵੇਗੀ, ਕਦੀ ਵੀ ਉਸ ਸੂਬੇ ਨੂੰ ਪੂਰੀ ਡਿਵੈਲਪਮੈਂਟ ਨਹੀਂ ਮਿਲੇਗੀ। ਔਰ ਇਹੋ ਹੀ ਇੱਕ ਕਾਰਨ ਹੈ ਵੀ ਬੀਜੇਪੀ ਨੇ ਜਿਹੜੇ ਸਿੱਖਾਂ ਔਰ ਪੰਜਾਬ ਦੇ ਪ੍ਰਤੀ ਜਿਹੜੇ ਚੰਗੇ ਕੰਮ ਕੀਤੇ, ਉਹਨਾਂ ਕੰਮਾਂ ਨੂੰ ਵੇਖਦਿਆਂ ਮੈਂ ਬੀਜੇਪੀ ਨੈਸ਼ਨਲ ਪਾਰਟੀ ਜੁਆਇਨ ਕੀਤੀ। ਅਚਾਨਕ ਕਿਉਂ ਚੰਗੀ ਲੱਗਣ ਲੱਗ ਪਈ ਬੀਜੇਪੀ ਤੁਹਾਨੂੰ? ਅਚਾਨਕ ਚੰਗੀ ਵਾਲੀ ਗੱਲ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ। ਜੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਤੇ ਬੀਜੇਪੀ ਨੇ ਖੋਲ੍ਹਿਆ, ਨਰਿੰਦਰ ਮੋਦੀ ਜੀ ਨੇ ਖੋਲ੍ਹਿਆ। ਹਰਿਮੰਦਰ ਸਾਹਿਬ ਦੇ GST ਜਿਹੜੀ 1% ਲੱਗਦੀ ਸੀ, ਉਹ ਕਿਹਨੇ ਹਟਾਈ? ਉਹ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਹਟਾਈ। ਸਾਡੇ ਸਾਹਿਬਜ਼ਾਦੇ ਜਿਨ੍ਹਾਂ ਬਾਰੇ ਕਦੀ ਵੀ ਕਾਂਗਰਸ ਨੇ ਜਾਂ ਕਿਸੇ ਪਾਰਟੀ ਨੇ ਵੀ ਕਦੀ ਸਿੱਖੀ ਬਾਰੇ ਨਹੀਂ ਸੋਚਿਆ, ਵੀਰ ਬਾਲ ਦਿਵਸ ਜਿਹੜਾ ਹੈ ਉਹ 26 ਦਸੰਬਰ ਨੂੰ ਉਹ ਮਨਾਉਣ ਦਾ ਕੋਸ਼ਿਸ਼ ਕੀਤਾ। ਉਸ ਤੋਂ ਬਾਅਦ ਜਿਹੜਾ ਫੇਮਾ ਲੱਗਦਾ ਸੀ, ਜਿਹੜਾ ਫੇਮਾ ਦਾ ਕੀ ਸੀ ਵੀ ਜੇ ਕੋਈ ਬਾਹਰ ਮੁਲਕ ਤੋਂ ਹਰਿਮੰਦਰ ਸਾਹਿਬ ਜਾਂ ਕਿਸੇ ਵੀ ਰਿਲੀਜੀਅਸ ਪਲੇਸ ਨੂੰ ਡੋਨੇਸ਼ਨ ਦੇਣਾ ਚਾਹੁੰਦਾ ਸੀ, ਉਹ ਅਲਾਊਡ ਨਹੀਂ ਸੀ। ਉਹ ਫੇਮਾ ਦੀਆਂ ਉਹਦੇ 'ਤੇ ਆਉਂਦੀਆਂ ਸੀ, ਰਿਸਟ੍ਰਿਕਸ਼ਨਸ ਆਉਂਦੀਆਂ ਸੀ। ਉਹ ਕਿਹਨੇ ਹਟਾਈ? ਉਹ ਬੀਜੇਪੀ ਨੇ ਹਟਾਈ। 300 ਬੰਦੇ ਦੀ ਕਾਲੀ ਸੂਚੀ ਜਿਹੜੇ NRIs ਆਪਣੀ ਧਰਤੀ ਮਾਂ ਨੂੰ ਆ ਕੇ ਚੁੰਮਣਾ ਚਾਹੁੰਦੇ ਸੀ, ਪੰਜਾਬ ਆਉਣਾ ਚਾਹੁੰਦੇ ਸੀ, ਉਹ ਮਨਾਹੀ ਕੀਤੀ ਹੋਈ ਸੀ ਪਿਛਲੇ 35-40 ਸਾਲ ਤੋਂ, ਆ ਹੀ ਨਹੀਂ ਸਕੇ ਲੋਕ। ਉਹ ਕਿਹਨੇ ਖੋਲ੍ਹੀ? ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ। ਤੇ ਜਿਹੜੀ ਇੱਕ ਜਮਾਤ, ਔਰ ਸਾਰਿਆਂ ਨਾਲੋਂ ਵੱਡੀ ਗੱਲ 84 ਦੇ ਦੰਗੇ ਦੇ ਮੇਨ ਸੱਜਣ ਕੁਮਾਰ ਹੋਰਾਂ ਨੂੰ ਅੱਜ ਜੇ ਕੈਦ ਕਰਾਈ ਤੇ ਕਿਹਨੇ ਕਰਾਈ? ਬੀਜੇਪੀ ਨੇ। ਕਾਂਗਰਸ ਦੀਆਂ ਇੰਨੀਆਂ ਸਰਕਾਰਾਂ ਰਹੀਆਂ 10 ਸਾਲ, ਉਹਨਾਂ ਦੇ SIT ਸਿੱਟਾਂ ਬਣਾ ਕੇ ਉਹਨਾਂ ਨੂੰ ਕਲੀਨ ਚਿੱਟਾਂ ਦਿੰਦੇ ਰਹੇ, ਟਾਈਟਲਰ ਨੂੰ ਵੀ, ਸੱਜਣ ਕੁਮਾਰ ਜੀ ਨੂੰ ਵੀ। ਤੇ ਸੱਜਣ ਕੁਮਾਰ ਨੂੰ ਜੇ ਅੱਜ ਜੇਲ੍ਹ ਹੋਈ ਹੈ ਤੇ ਸਾਰੀ ਭਾਜਪਾ ਔਰ ਜਿਹੜੇ ਜਿਨ੍ਹਾਂ ਦੇ ਸਿੱਖਾਂ ਪ੍ਰਤੀ ਚੰਗੀ ਸੋਚ ਨੇ ਇਹ ਸਾਰਾ ਕੰਮ ਕੀਤਾ। ਮੈਂ ਸਲੂਟ ਕਰਦਾ ਨਰਿੰਦਰ ਮੋਦੀ ਜੀ ਨੂੰ, ਭਾਜਪਾ ਨੂੰ, ਜਿਨ੍ਹਾਂ ਦੀ ਸੋਚ ਨਾ ਵੇਖੋ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ। 5 ਜਨਵਰੀ ਵਾਲੇ ਦਿਨ, ਜਿਸ ਦਿਨ ਪ੍ਰਾਈਮ ਮਿਨਿਸਟਰ ਸਾਹਿਬ ਪੰਜਾਬ ਆ ਕੇ ਉਹਨਾਂ ਨੇ ਹੁਸੈਨੀ ਵਾਲਾ ਜਾ ਕੇ ਉੱਥੇ ਹਿੰਦੂ ਸਿੱਖ ਮੁਜੱਸਮਾ, ਹਿੰਦੂ ਸਿੱਖ ਏਕਤਾ ਦਾ ਜਿਹੜਾ ਉੱਥੇ ਗੁਰਦੁਆਰਾ ਹੈ ਸ਼ਹੀਦ ਭਗਤ ਸਿੰਘ ਹੋਰਾਂ ਦਾ, ਉਹਨਾਂ ਦੇ ਸਾਥੀ ਸੁਖਦੇਵ ਹੋਰਾਂ ਦਾ, ਉੱਥੇ ਮੱਥਾ ਟੇਕ ਕੇ ਤੇ ਉਹਨਾਂ ਨੇ ਫਿਰੋਜ਼ਪੁਰ ਆ ਕੇ ਇੱਕ ਰੈਲੀ ਆਰਗੇਨਾਈਜ਼ ਕੀਤੀ ਸੀ। ਸਮਾਰਕ ਦੀ ਥਾਂ ਉੱਥੇ ਆ ਕੇ ਜਦੋਂ ਇਹਨਾਂ ਨੂੰ ਰਾਹ 'ਚ ਰੋਕਿਆ ਗਿਆ, ਨੁਕਸਾਨ ਕੀ ਹੋਇਆ ਪੰਜਾਬ ਦਾ? 2 ਲੱਖ ਕਰੋੜ ਦੇ ਪ੍ਰੋਜੈਕਟ ਜਿਹੜੇ ਉਹਨਾਂ ਨੇ ਪਾਸ ਕਰਨੇ ਸੀ, ਜੋ ਪੰਜਾਬ ਨੂੰ ਨਰਿੰਦਰ ਮੋਦੀ ਨੇ ਦੇਣਾ ਸੀ, ਉਸ ਤੋਂ ਵਾਂਝੇ ਕਰਤਾ। ਇਹ ਜਿਹੜੀ ਇਹ ਚੰਨੀ ਦੀ ਸਰਕਾਰ ਹੈ ਨਾ, ਇਹ ਕਾਂਗਰਸੀ ਜਿਹੜੇ, ਜਿਸ ਇਹਨਾਂ ਨੇ ਛੜਯੰਤਰ ਦੇ ਨਾਲ ਇਹ ਸਾਰੇ ਮਸਲੇ ਨੂੰ ਇਹਨਾਂ ਨੇ ਇੱਕ ਤਰੀਕੇ ਨਾਲ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੰਜਾਬ ਦੇ ਲੋਕ ਕਦੀ ਇਸ ਚੀਜ਼ ਨੂੰ ਮਾਫ ਨਹੀਂ ਕਰਨਗੇ। ਮੇਰੇ ਪ੍ਰੋਜੈਕਟ ਮਿਲਣਗੇ ਕਿ ਨਹੀਂ? ਬਿਲਕੁਲ ਮਿਲ ਗਏ। ਨਰਿੰਦਰ ਮੋਦੀ ਜੀ ਨੇ ਆਪਣਾ ਪੰਜਾਬੀਆਂ ਨਾਲ, ਸਿੱਖਾਂ ਨਾਲ ਇੱਕ ਦੋਸਤਾਨਾ ਹੱਥ ਅੱਗੇ ਵਧਾਇਆ ਸੀ। ਇੱਕ ਤਰੀਕਾਕਾਰ ਹੁੰਦਾ, ਪ੍ਰਾਈਮ ਮਿਨਿਸਟਰ ਆਉਂਦਾ ਹੈ, ਉਹ ਤੁਹਾਡੇ ਸੂਬੇ ਨੂੰ 2 ਲੱਖ ਕਰੋੜ ਦੇ ਪ੍ਰੋਜੈਕਟ ਦਿੰਦੇ ਤੁਹਾਨੂੰ। ਇਹ ਉਹਨਾਂ ਦਾ ਇੱਕ ਪਿਆਰ ਵਿਖਾਉਣ ਦਾ ਇੱਕ ਤਰੀਕਾ ਸੀ ਵੀ ਆਓ ਮੈਂ ਇੱਕ ਕਦਮ ਅੱਗੇ ਵਧਾਉਣਾ,
ਤੁਸੀਂ ਮੇਰੀ ਬਾਹ ਫੜੋ, ਮੈਂ ਪੰਜਾਬ ਨੂੰ ਇਸ ਫਾਈਨੈਂਸ਼ੀਅਲ ਮੈਸ ਦੇ ਵਿੱਚੋਂ ਬਾਹਰ ਕੱਢਣਾ ਚਾਹੁੰਦਾ। ਇਹਦਾ ਲੌਜੀਕ ਬਾਜਵਾ ਸਾਹਿਬ ਇਹ ਦੱਸਦੇ ਆ, ਲੋਕ ਕਹਿੰਦੇ ਕਿ 700 ਲੋਕ ਸਾਡੇ ਮਰ ਗਏ, ਸ਼ਹੀਦ ਹੋ ਗਏ ਬਾਰਡਰ ਤੇ, ਕਹਿੰਦੇ ਉਦੋਂ ਹੱਥ ਵਧਾਉਣਾ ਚਾਹੀਦਾ ਸੀ, ਕਹਿੰਦੇ ਹੁਣ ਤਾਂ ਆ ਕੇ ਇਹ ਦੇ ਕੇ ਲੋਲੀਪੌਪ ਦੇ ਰਿਹਾ, ਇਹ ਗੱਲਾਂ ਕਰ ਰਹੇ ਲੋਕ। ਇਵਨ ਕਾਂਗਰਸੀ ਆਗੂ ਵੀ ਇਹ ਗੱਲ ਕਹਿੰਦੇ ਆ, ਚੰਨੀ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਤੁਸੀਂ, ਉਹਨਾਂ ਨੇ ਵੀ ਇਹ ਗੱਲ ਕਹੀ, ਕਹਿੰਦੇ ਕਿ ਸਿਕਿਉਰਿਟੀ ਬ੍ਰੀਚ ਨਾਂ ਦੀ ਕੋਈ ਚੀਜ਼ ਨਹੀਂ ਹੋਈ, ਇਹਨਾਂ ਨੇ ਤਾਂ ਪੋਲਰਾਈਜੇਸ਼ਨ ਕਰਨਾ, ਇਸ ਤਰੀਕੇ ਨਾਲ ਕਰ ਲੈਣਗੇ। ਮੇਰੀ ਗੱਲ ਸੁਣੋ, ਚੰਨੀ ਜੀ ਨੇ ਕੋਈ ਚੱਜ ਦਾ ਕੰਮ ਕੀਤਾ? ਕੀ ਕੀਤਾ? ਆ ਠੇਕੇ ਰੇਤੇ ਦੇ ਆ ਤੁਹਾਡੇ ਸਾਹਮਣੇ ਰੇਟ ਜਿਹੜੇ ਹੋਣੇ ਸ਼ੁਰੂ ਹੋਏ, ਤਕਲੀਫ ਕੀ, ਪੈਸੇ ਕਿੱਥੋਂ ਨਿਕਲ ਰਹੇ ਨੇ? ਚੰਨੀ ਜੀ ਦੇ ਭਨੇਵੇਂ ਦੇ ਘਰੋਂ, ਹੋਰ ਕਿਸੇ ਦੇ ਘਰਾਂ 'ਚ ਕਿਉਂ ਨਹੀਂ? ਇਹ ਸਾਰੇ ਇਹਨਾਂ ਦੇ ਟੱਬਰ ਦੇ ਕਿਤੇ ਰੇਟ ਕਰਦੀ ਈਡੀ ਤੇ ਘੱਟੋ ਘੱਟ 10,000 ਕਰੋੜ ਨਿਕਲਣਾ ਸੀ। ਇਹ ਸਾਰਾ ਪੈਸਾ ਰੇਤੇ ਦਾ ਕਿੱਧਰ ਗਿਆ? ਇੱਕ ਮੇਰੀ ਛੋਟੀ ਜੀ ਗੱਲ ਦੱਸੋ, ਤਕਰੀਬਨ 2.5 ਲੱਖ 250 ਕਰੋੜ ਰੁਪਈਆ ਹਰ ਮਹੀਨੇ ਦਾ ਇਹਨਾਂ ਨੂੰ ਸੈਂਡ 'ਚੋਂ ਬਚਦਾ ਹੈ। ਪਿਛਲੇ 4 ਮਹੀਨਿਆਂ ਦੇ ਸਰਕਾਰ ਨੂੰ ਪੈਸੇ ਨਹੀਂ ਜਮ੍ਹਾਂ ਕਰਾ ਰਹੇ। ਉਹ ਘਾਟਾ ਕਿਹਨੂੰ? 1000 ਕਰੋੜ ਰੁਪਈਆ ਜਿਹੜਾ ਰੇਤੇ ਦੀ ਕਮਾਈ ਹੈ ਉਹ ਕਿੱਥੇ ਗਈ? ਕਿਹਦੇ ਕੋਲ ਗਈ? ਇਹਨਾਂ ਲੀਡਰਾਂ ਦੀਆਂ ਜੇਬਾਂ 'ਚ ਗਈ। ਉਹ ਤਾਂ ਕਹਿੰਦੇ ਆ ਕਿ ਮੇਰੇ ਰਿਸ਼ਤੇਦਾਰ ਤੋਂ ਫੜੇ ਗਏ ਪੈਸੇ ਉੱਤੇ ਕਾਰਵਾਈ ਕਰੇ, ਕਹਿੰਦੇ ਮੈਨੂੰ ਕੋਈ ਦਿੱਕਤ ਨਹੀਂ, ਇਹ ਗੱਲ ਕਹੀ ਜਾਂਦੀ। ਦੂਜੇ ਬੰਨੇ ਕੁਛ ਇੱਕ ਲੋਕ ਵੀਡੀਓ ਦਿਖਾਉਂਦੇ, ਕਹਿੰਦੇ ਕਿ ਉਸ ਮੁੰਡੇ ਕੋਲ ਤਾਂ ਸਿਕਿਉਰਿਟੀ ਸੀਗੀ। ਦੇਖੋ ਮੇਰੀ ਇੱਕ ਗੱਲ ਸੁਣੋ, ਜਦੋਂ ਕਹਿੰਦੇ ਨੇ ਨਾ ਕੋਈ ਫੜਿਆ ਜਾਵੇ ਤੇ ਕਹਿੰਦੇ ਉਹਨੂੰ ਉਹ 'ਤੇ ਕਾਰਵਾਈ ਕਰੋ। ਕਾਰਵਾਈ ਉਹਨੂੰ ਪਤਾ ਉਹ ਜਿਹੜੀ ਸੂਈ ਹੈ ਨਾ ਉਹ ਚੰਨੀ ਜੀ ਵੱਲ ਆਣੀ ਹੈ, ਉੱਤੇ ਕਾਰਵਾਈ ਤੇ ਹੋਊਗੀ ਜਿਹੜੀ ਹੋਊਗੀ ਉਹ ਈਡੀ ਨੇ ਕਰਨੀ ਹੈ। ਚੰਨੀ ਜੀ ਆਪਣੀ ਖੈਰ ਮਨਾਨ ਚੰਨੀ, ਕਿਉਂਕਿ ਜਿਹੜਾ ਚੋਰ ਨੂੰ ਪਾਲਾ ਹੁੰਦਾ ਹੈ ਨਾ, ਇਹਨਾਂ ਸਾਰਿਆਂ ਨੇ ਰੱਜ ਕੇ ਐਸਐਸਪੀਆਂ ਦੀਆਂ ਬਦਲੀਆਂ ਤੱਕ ਪੈਸੇ ਖਾਦੇ ਆ। ਹਰ ਇੱਕ ਨੂੰ ਪਤਾ, ਤੁਹਾਨੂੰ ਪਤਾ ਹੈ। ਇਹਨਾਂ ਦੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਮੁੱਦਾ ਇੱਕ ਕੈਬਨਿਟ ਮਿਨਿਸਟਰ ਵੱਲੋਂ ਚੁੱਕਿਆ ਗਿਆ ਸੀ ਵੀ ਜਿਹੜੇ ਐਸਐਸਪੀ ਲੱਗ ਰਹੇ ਨੇ ਉਹ ਪੈਸੇ ਲੈ ਕੇ ਐਸਐਸਪੀ ਲਾਏ ਜਾ ਰਹੇ ਨੇ। ਕਿਸ ਕਿਸਮ ਦੀ ਇਹ ਸਰਕਾਰ ਸੀ? ਇਹ ਆਵਾਜ਼ ਚੁੱਕੀ ਕਿਉਂ ਨਹੀਂ ਤੁਸੀਂ ਕਾਂਗਰਸ 'ਚ ਰਹਿੰਦੇ ਹੋਏ ਫਿਰ, ਜਾਂ ਚੁੱਕਦੇ ਰਹੇ ਹੋ? ਮੈਂ ਉਦੋਂ ਕਾਂਗਰਸ ਛੱਡ ਆਇਆ ਜਦੋਂ ਇਹ ਕੈਬਨਿਟ ਵਿੱਚ ਇਹ ਸਾਰੀ ਗੱਲਬਾਤ ਹੋਈ ਹੈ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਨਾਂ ਦੀ ਕੈਬਨਿਟ, ਇਹਨਾਂ ਦੇ ਮੰਤਰੀ ਆਪਣੇ ਕੈਂਡੀਡੇਟਾਂ ਦੇ ਖਿਲਾਫ ਇੰਡੀਪੈਂਡੈਂਟ ਖੜੇ ਕਰ ਰਹੇ ਨੇ। ਰਾਣਾ ਗੁਰਜੀਤ ਹੁਣਾਂ ਨੇ ਆਪਣਾ ਬੇਟਾ ਖੜਾ ਕਰ ਦਿੱਤਾ। ਰਾਣਾ ਗੁਰਜੀਤ ਹੋਰਾਂ ਨੇ ਕੀਤਾ ਜਾਂ ਜੀਪੀ ਡੇਰਾ ਬੱਸੀ ਪਠਾਣਾ ਤੋਂ ਉਹਨਾਂ ਦੇ ਖਿਲਾਫ ਚੰਨੀ ਜੀ ਦਾ ਭਰਾ ਖੜਾ ਹੋਇਆ। ਇਹ ਮਿਲੀ ਭੁਗਤ ਨਾ ਹੋਇਆ। ਜਿੰਨੇ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਵਫਾਦਾਰੀ ਵਿਖਾਉਣ ਵਾਲੇ ਜਿਹੜੇ ਬੰਦੇ ਸੀਗੇ, ਨਵਜੋਤ ਦੇ ਬੰਦਿਆਂ ਨੂੰ ਹਰਾਉਣ ਲਈ ਜਿੱਥੇ ਜਿੱਥੇ ਵੀ ਟਿਕਟ ਦਿੱਤੀ ਜਾਊਗੀ ਉੱਥੇ ਉੱਥੇ ਇਹ ਆਪਣੇ ਇੰਡੀਪੈਂਡੈਂਟ ਕੈਂਡੀਡੇਟ ਖੜੇ ਕਰਨਗੇ। ਇਹ ਅੱਜ ਮੇਰੀ ਨੋਟ ਕਰ ਲਿਓ। ਅੱਜ ਨੂੰ 10 ਦਿਨਾਂ ਬਾਅਦ ਤੁਹਾਡੇ ਨਾਲ ਗੱਲ ਕਰੂੰਗਾ। 10 ਦਿਨਾਂ 'ਚ ਜਿੰਨੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਹੋਣਗੇ ਉੱਥੇ ਆਜ਼ਾਦ ਖੜਾ ਕਰਨਗੇ ਨਵਜੋਤ ਹੋਰਾਂ ਦੇ ਕੈਂਡੀਡੇਟ ਨੂੰ ਹਰਾਉਣ ਲਈ। ਜਿਹੜੀ ਪਾਰਟੀ ਇੱਕ ਦੂਜੇ ਨੂੰ ਹਰਾਉਣ ਤੇ ਆ ਜੇ ਉਹ ਜਿੱਤ ਕਿੱਥੋਂ ਜਾਊਗੀ? ਪਿਛਲੀ ਵਾਰ 2017 ਦੇ ਵਿੱਚ ਵੋਟ ਪਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨੂੰ ਤੇ ਪਾਰਟੀ ਇਕਮੁੱਠ ਸੀ। ਸਾਰਿਆਂ ਨੇ 10 ਸਾਲਾਂ ਦਾ ਅਕਾਲੀ ਦਲ ਦਾ ਜਿਹੜਾ ਰਾਜ ਵੇਖਿਆ ਸੀ, ਜਿਹੜਾ ਮਾਫੀਆ ਰਾਜ ਵੇਖਿਆ ਸੀ, ਉਸ ਤੋਂ ਨਿਜਾਤ ਪਾਉਣ ਲਈ ਸਾਰੀ ਪਾਰਟੀ ਇਕਮੁੱਠ ਇਕੱਠੀ ਹੋਈ ਸੀ ਤੇ ਇਕੱਠੀ ਹੋਈ ਪਾਰਟੀ ਨੂੰ 78 ਸੀਟਾਂ ਮਿਲ ਗਈਆਂ ਸੀ। ਤੇ ਅੱਜ ਉਹੀ ਪਾਰਟੀ ਇੱਕ ਦੂਜੇ ਨੂੰ ਵੱਢਣ ਲਈ ਤਿਆਰ ਹੋ ਗਈ ਹੈ। ਇਹ 78 ਚੋਂ 50 ਮਾਈਨਸ ਕਰ ਦਿਓ, 28 ਤੇ ਆ ਜਾਣਗੇ, 28 ਤੋਂ ਵੱਧ ਇੱਕ ਸੀਟ ਲੈ ਜਾਣਗੇ, ਫਿਰ ਫਤਿਹ ਸਿੰਘ ਬਾਜਵਾ ਨਾਲ ਗੱਲ ਕਰੇ। ਪੱਕੀ ਗੱਲ ਹੈ ਇਹ ਇਦਾਂ ਹੀ ਹੋਊ। ਹਾਂ ਜੀ। ਉਹ ਤਾਂ ਦਾਵਾ ਕਰ ਰਹੇ, ਕਹਿੰਦੇ ਕਿ ਸਰਕਾਰ ਬਣਾਉਣੀ ਹੈ। ਤ੍ਰਿਪਤ ਰਜਿੰਦਰ ਬਾਜਵਾ ਹੁਣਾਂ ਨਾਲ ਮੈਂ ਅੱਜ ਗੱਲ ਕੀਤੀ, ਉਹ ਕਹਿੰਦੇ ਸਰਕਾਰ ਸਾਡੀ ਬਣ ਰਹੀ ਹੈ ਔਰ ਬਣੂਗੀ ਸ਼ੋਰਟੀ ਨਾਲ। ਫਤਿਹਗੜ੍ਹ ਚੂੜੀਆਂ 'ਚ ਬਣ ਰਹੀ ਹੋਣੀ ਹੈ, ਡੇਰੇ 'ਚ ਬਣ ਰਹੀ ਹੋਣੀ ਹੈ, ਜਾਂ ਬਾਕੀ ਜਿਹੜੇ ਏਰੀਏ 'ਚ ਉੱਥੇ ਬਣ ਰਹੀ ਹੋਣੀ ਹੈ। ਇਹ ਇਲੈਕਸ਼ਨ ਸ਼ੁਰੂ ਹੋ ਲੈਣ ਦਿਓ। ਲੋਕਾਂ ਨੇ ਜਿਸ ਕਦਰ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਹੈ ਨਾ, ਜਿਸ ਕਦਰ ਪੰਜਾਬ 'ਚ ਇਹਨਾਂ ਲੋਕਾਂ ਨੇ ਗਦਰ ਮਚਾਇਆ ਹੈ, ਜਿਸ ਕਦਰ ਇਹਨਾਂ ਨੇ ਲੋਕਾਂ ਨੂੰ ਤੰਗ ਕੀਤਾ ਹੈ, ਲੋਕਾਂ ਨੂੰ ਮੌਕਾ ਹੀ ਹੋਣਾ ਹੈ। ਜਦੋਂ ਤੁਹਾਡੀ ਟਿਕਟ ਅਨਾਉਂਸ ਕਿਉਂ ਨਹੀਂ ਹੋਈ? ਤੁਸੀਂ ਬੀਜੇਪੀ ਦੇ ਵਿੱਚ ਗਏ, ਫਸਟ ਲਿਸਟ ਦੇ ਵਿੱਚ ਇਹ ਸੀਗਾ ਕਿ ਜਿੱਦਾਂ ਰਾਣਾ ਸੋਢੀ ਹੁਣਾਂ ਨੂੰ ਟਿਕਟ ਅਨਾਉਂਸ ਹੋ ਗਈ ਤਾਂ ਤੁਹਾਡੀ ਵੀ ਟਿਕਟ ਅਨਾਉਂਸ ਹੋ ਜਾਣੀ ਸੀ। ਦੇਖੋ ਜਿਹੜੀ ਬਟਾਲਾ ਕੁਝ ਹਮੇਸ਼ਾ ਪਾਰਟੀਆਂ ਲਿਸਟਾਂ ਜਦੋਂ ਅਨਾਉਂਸ ਕਰਦੀਆਂ ਵੱਡੇ ਫੇਸਿਸ ਨੂੰ ਵਿੱਚ ਹਮੇਸ਼ਾ ਰੱਖਿਆ ਜਾਂਦਾ, ਬੈਲੈਂਸ ਆਫ ਟਿਕਟਸ ਬਣਾਇਆ ਜਾਂਦਾ। ਇਹ ਨਹੀਂ ਹੁੰਦਾ ਵੀ ਪਹਿਲੀ ਟਿਕਟ ਤੇ ਸਾਰੇ ਕਰ ਦੇਣ ਤੇ ਦੂਜੀ ਟਿਕਟ। ਹਮੇਸ਼ਾ ਇਹ ਬੈਲੈਂਸ ਬਣਾਉਣ ਲਈ ਪਾਰਟੀ ਦੀ ਆਪਣੀ ਇੱਕ ਸੋਚ ਹੈ ਤੇ ਉਹ ਸੋਚ ਹੋ ਜੂਗੀ। ਆਪਾਂ ਨੂੰ ਕੀ ਹੈ, ਅਸੀਂ ਤੇ ਕੰਮ ਕਰ ਹੀ ਰਹੇ ਹਾਂ। ਕਿੱਥੋਂ ਲੜਨਾ ਇਲੈਕਸ਼ਨ? ਕਾਦੀਆਂ ਤੋਂ? ਕਿੱਥੋਂ? ਬਟਾਲੇ ਤੋਂ ਜੀ। ਕਾਦੀਆਂ ਦੀ ਟਿਕਟ ਤੇ ਦੇਤੀ ਇਹਨਾਂ ਨੇ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਦੇਤੀ, ਜਿਨ੍ਹਾਂ ਦਾ ਹੈ ਹੀ ਕੁਝ ਨਹੀਂ। ਉਹਨਾਂ ਦਾ ਗੁਰਦਾਸਪੁਰ 'ਚ ਕੀ ਹੈ, ਪਰ ਰੀਥਿੰਕ ਹੋ ਰਹੀ ਹੈ ਉਸ ਟਿਕਟ ਦੇ ਬਾਰੇ। ਕਿਉਂ ਕੀਤਾ ਗਿਆ? ਕਿਉਂਕਿ ਤੁਸੀਂ ਤਾਂ ਸਿਟਿੰਗ ਕੈਂਡੀਡੇਟ, ਸਿਟਿੰਗ ਐਮਐਲਏ ਸੀਗੇ, ਉਸ ਦੇ ਬਾਵਜੂਦ ਐ ਕਿਉਂ ਕੀਤਾ ਗਿਆ ਫਿਰ? ਇਹ ਢੀਂਡਸਾ ਸਾਹਿਬ ਨੇ ਕੋਈ ਜ਼ਿੱਦ ਕੀਤੀ ਹੈ ਸੀਟ ਤੇ ਵੀ ਮੇਰੇ ਕੋਲ ਜੀ ਕੈਂਡੀਡੇਟ ਹੈ ਫਲਾਣਾ। ਜਦੋਂ ਪਾਰਟੀ ਨਾਲ ਕੋਲੀਸ਼ਨਸ ਹੋਣ, ਜਦੋਂ ਪਾਰਟੀਆਂ ਦੇ ਵਿੱਚ ਤੁਸੀਂ ਆਪਸ 'ਚ ਮਤਲਬ ਬੰਨੀ ਹੋਏ ਤੁਹਾਡੀ
ਇੱਕ ਦੂਜੇ ਦੀ ਪਾਰਟੀ ਦੀ ਮਦਦ ਲਈ। ਤੇ ਕਈ ਵਾਰ ਪਾਰਟੀਆਂ ਉੱਥੇ ਸੁਕੰਮ ਕਰ ਜਾਂਦੀਆਂ ਨੇ, ਪਰ ਇਹ ਰਿਵਿਊ ਹੋਈ ਹੈ। ਅਸੀਂ ਚਾਹੁੰਦੇ ਹਾਂ ਵੀ ਅਸੀਂ ਹੁਣ ਆਲਰੇਡੀ ਲਿਖ ਕੇ ਭੇਜਿਆ ਵੀ ਬਹੁਤ ਕਮਜ਼ੋਰ ਕੈਂਡੀਡੇਟ ਦਿੱਤਾ ਗਿਆ, ਔਰ ਇੱਥੋਂ ਐਂ ਲੱਗਦਾ ਵੀ ਕਿਤੇ ਮੈਚ ਫਿਕਸਿੰਗ ਤੇ ਨਹੀਂ ਹੋਈ। ਤੁਹਾਨੂੰ ਲੱਗਦਾ ਕਿ ਇੱਥੇ ਆਧਾਰ ਹੈਗਾ ਢੀਂਡਸਾ ਹੋਣਾ ਦਾ ਇਸ ਏਰੀਆ ਦੇ ਵਿੱਚ, ਮਾਝੇ ਦੇ ਵਿੱਚ? ਬਿਲਕੁਲ ਕੋਈ ਆਧਾਰ ਨਹੀਂ, ਬਿਲਕੁਲ ਕੋਈ ਆਧਾਰ ਨਹੀਂ ਹੈ। ਔਰ ਬਾਵਜੂਦ ਕੋਈ ਫੀਡਬੈਕ ਤਾਂ ਲੈਣਾ ਚਾਹੀਦਾ ਸੀ, ਜਾਂ ਫੀਡਬੈਕ ਠੀਕ ਲਿਆ ਗਿਆ ਜਾਂ ਮਿਸਗਾਈਡ ਹੋ ਗਏ, ਕੀ ਸੋਚਦੇ ਹੋ? ਇਸੇ ਚੀਜ਼ ਦਾ ਹੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਮੈਂ ਇੱਥੋਂ ਸਿਟਿੰਗ ਐਮਐਲਏ ਆ, ਘੱਟੋ ਘੱਟ ਮੇਰੇ ਤੋਂ ਇਹ ਤਾਂ ਪੁੱਛੋ ਵੀ ਇੱਥੇ ਕਿਹੜਾ ਬੰਦਾ ਜਿੱਤ ਸਕਦਾ ਹੈ, ਕਿਹੜਾ। ਕਿਉਂਕਿ ਦੇਖੋ ਬੀਜੇਪੀ ਦੀ ਵੋਟ ਕਾਦੀਆਂ ਹਲਕੇ ਵਿੱਚ 10,000 ਵੋਟ ਹੈ, ਜਿਹੜਾ ਉਹਨਾਂ ਦੀ ਕਾਡਰ ਦੀ ਵੋਟ ਹੈ। ਕਾਦੀਆਂ ਹੈ, ਧਾਰੀਵਾਲ ਹੈ, 22 ਪਿੰਡ ਰਾਜਪੂਤਾਂ ਦੇ ਨੇ, ਕਾਨੂੰਵਾਨ ਸ਼ਹਿਰ 'ਚ ਹੈ। ਸੋ ਜੇ ਬੀਜੇਪੀ ਨਾ ਕਰਦੀ ਵੀ ਜਾਏ, 12-14,000 ਵੋਟ ਉਹਨਾਂ ਦੇ ਕਾਡਰ ਦੀ ਹੈ। ਚੰਗਾ ਕੈਂਡੀਡੇਟ ਹੋਏਗਾ ਤੇ 15-20,000 ਵੋਟ ਉਹ ਲੈ ਕੇ ਜਾਏਗਾ, ਤੇ ਮੁਕਾਬਲਾ ਆਪੇ ਬਣ ਜਾਂਦਾ। ਜਿਹੜਾ ਅੱਜ 30,000 ਪਲੱਸ ਵੋਟ ਲੈਂਦਾ ਹੈ, ਉਹ ਅੱਜ ਮੁਕਾਬਲੇ ਦੇ ਵਿੱਚ ਆ ਜਾਂਦਾ। ਜਿੱਤ ਕਿਸੇ ਸਾਈਡ ਵੀ ਹੋ ਸਕਦੀ ਹੈ। ਸੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਕਾਡਰ ਦੀ ਵੋਟ, ਤੁਸੀਂ ਅੱਜ ਇੱਥੇ ਉਹਨਾਂ ਦੇ ਜਿਹੜਾ ਵੀ ਸਿੰਬਲ ਢੀਂਡਸਾ ਸਾਹਿਬ ਦਾ ਹੈ ਉਹ ਦੇ ਦੋਗੇ, ਇੱਥੇ ਲੋਕਾਂ ਨੇ ਉਹਦੇ ਕਮਲ ਦੇ ਫੁੱਲ ਵਾਲੇ ਜਿਹੜੇ ਲੋਕ ਖੱਬੇ ਸੱਜੇ ਵੋਟਾਂ ਪਾਉਣ ਲੱਗ ਪੈਣਗੇ। ਸੋ ਹਮੇਸ਼ਾ ਉੱਥੇ ਉਸ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਹੈ ਜਿੱਥੇ ਕਮਲ ਦੇ ਫੁੱਲ ਤੇ ਲੋਕ ਮੋਦੀ ਸਾਹਿਬ ਦੀ ਉਸ ਤੇ ਉਹਨਾਂ ਵੋਟ ਪਾ ਕੇ ਤੇ ਉਹਨਾਂ ਨੂੰ ਕਾਮਯਾਬ ਕਰਨ। ਆਈ ਐਮ ਵੈਰੀ ਸ਼ੋਰ ਵੀ ਇਸ ਤੇ ਰੀਥਿੰਕਿੰਗ ਹੋ। ਨਹੀਂ, ਤੁਹਾਨੂੰ ਲੱਗਦਾ ਨਹੀਂ ਕਿ ਇੰਨਾ ਵੱਡਾ ਫੇਸ ਤੁਸੀਂ ਲੈ ਕੇ ਆਏ ਹੋ ਬੀਜੇਪੀ ਦੇ ਵਿੱਚ? ਮਤਲਬ ਤੁਸੀਂ ਸਿਟਿੰਗ ਐਮਐਲਏ ਜਦੋਂ ਬੀਜੇਪੀ ਦੇ ਵਿੱਚ ਤੁਸੀਂ ਗਏ ਹੋ ਛੱਡ ਕੇ ਪਾਰਟੀ ਨੂੰ, ਤਾਂ ਇਹ ਚੀਜ਼ਾਂ ਪਹਿਲਾਂ ਡਿਸਾਈਡ ਨਹੀਂ ਹੋਈਆਂ ਸੀਗੀਆਂ, ਜਾਂ ਐਨ ਮੌਕੇ ਤੇ ਬਦਲ ਦਿੱਤੀ ਗਈ ਚੀਜ਼? ਨਹੀਂ, ਬੀਜੇਪੀ ਨੇ ਕਾਫੀ ਦੇਰ ਪਹਿਲੇ ਡਿਸੀਜਨਸ ਕੀਤੀਆਂ ਸੀ ਵੀ ਕਿਹੜੀ ਸੀਟ ਤੋਂ ਕਿਹਨੂੰ ਲੜਾਇਆ ਜਾਏਗਾ। ਜਿੱਦਾਂ ਉਹਨਾਂ ਨੇ ਰਾਣਾ ਗੁਰਮੀਤ ਸੋਢੀ ਹੋਰਾਂ ਦੀ ਟਿਕਟ ਗੁਰੂ ਹਰਸਾਏ ਤੋਂ ਉਹਨਾਂ ਫਿਰੋਜ਼ਪੁਰ ਕੀਤੀ। ਇਸੇ ਤਰੀਕੇ ਉਹਨਾਂ ਨੇ ਕਿਹਾ ਵੀ ਕੋਈ ਆਪਾਂ ਦਿੱਗਜ ਚਿਹਰਾ ਬਟਾਲੇ 'ਚ ਲੜਾਈਏ, ਤਾਂ ਕਿ ਬਟਾਲੇ ਦੀ ਅਰਬਨ ਔਰ ਸੈਮੀ ਅਰਬਨ ਹੋਣ ਕਰਕੇ ਵੀ ਅਸੀਂ ਇਹ ਸੀਟ ਕੱਢ ਸਕੀਏ। ਸੋ ਹਰ ਪਾਰਟੀ ਦੀ ਆਪਣੀ ਆਪਣੀ ਸਟ੍ਰੈਟਜੀ ਹੁੰਦੀ ਹੈ, ਤੇ ਪਾਰਟੀ ਦੀ ਸਟ੍ਰੈਟਜੀ ਮੁਤਾਬਕ ਹੀ ਤੁਹਾਨੂੰ ਜਾਣਾ ਪੈਂਦਾ। ਫਿਕਸਿੰਗ ਦਾ ਜ਼ਿਕਰ ਕੀਤਾ ਤੁਸੀਂ ਇੱਕ, ਮੈਂ ਗੱਲ ਕਰਨਾ ਕਮਜ਼ੋਰ ਕੈਂਡੀਡੇਟ ਜਦੋਂ ਵੀ ਹੋਏਗਾ ਤੇ ਲੋਕ ਕੁਐਸਚਨ ਕਰਨਗੇ। ਮੈਂ ਆਪਣੀ ਨਹੀਂ ਗੱਲ ਕਰਦਾ, ਵੀ ਲੋਕਾਂ ਦੇ ਮਨ 'ਚ ਇਹ ਗੱਲ ਆਊਗੀ ਵੀ ਇੱਕ ਐਡੀ ਜਿੱਥੇ 8-10 ਹਜ਼ਾਰ ਬੀਜੇਪੀ ਦੇ ਕਾਡਰ ਦੀ ਵੋਟ ਹੈ, ਉੱਥੇ ਆਪਾਂ ਕਿਸੇ ਹੋਰ ਕੈਂਡੀਡੇਟ ਨੂੰ ਮੱਕੀ ਦਿੱਤੀ ਜਾਏ ਜਿਹੜਾ ਦੂਜੀ ਪਾਰਟੀ ਨਾਲ ਜਿਨ੍ਹਾਂ ਨਾਲ ਸਮਝੌਤਾ ਹੈ, ਤੇ ਉਹ ਕੋਈ ਪੋਜ਼ਿਟਿਵ ਸੋਚ ਨਹੀਂ ਜਾਂਦੀ। ਇਸ ਕਰਕੇ ਪਾਰਟੀ ਨੇ ਰਿਵਿਊ ਕਰਨ ਲਈ ਇਹਨੂੰ ਆਲਰੇਡੀ ਦੇ ਸਟਾਰਟਡ ਰਿਵਿਊਇੰਗ। ਤੁਹਾਨੂੰ ਇਹ ਚੀਜ਼ ਆਉਂਦੀ ਹੈ ਕਦੇ ਮਾਈਂਡ ਦੇ ਵਿੱਚ ਵੀ ਵੱਡਾ ਭਰਾ ਕਿਤੇ ਹੋਰ ਵੀ ਲੈ ਸਕਦਾ ਸੀ? ਵੱਡਾ ਫੇਸ ਨੇ ਪ੍ਰਤਾਪ ਸਿੰਘ ਬਾਜਵਾ, ਤੁਹਾਡੇ ਵੱਡੇ ਭਰਾ ਨੇ। ਦੇਖੋ, ਮੈਂ ਇੱਕ ਗੱਲ ਸਮਝਣਾ ਵੀ ਕਦੀ ਵੀ ਤੁਸੀਂ ਜਦੋਂ ਕਿਤੇ ਵੀ ਲੜਾਈ ਲੜਨੀ ਹੈ, ਤੁਹਾਨੂੰ ਆਪਣਾ ਬੇਸ ਬਣਾਉਣ ਲਈ ਤੁਹਾਨੂੰ ਉੱਥੇ ਜੇ ਤੁਹਾਡਾ 12 ਸਾਲ ਦਾ ਐਬਸੈਂਸ ਹੋਏ, ਜੇ ਫਤਿਹ ਜੰਗ ਸਿੰਘ ਬਾਜਵਾ ਨੇ ਕਾਦੀਆਂ 'ਚ ਕੰਮ ਨਾ ਕੀਤਾ ਹੁੰਦਾ ਤੇ ਵੋਟ ਕਿੱਥੋਂ ਪੈਂਦੀ? ਜੇ ਅਸੀਂ ਡਿਵੈਲਪਮੈਂਟ ਨਾ ਕਰਦੇ ਵੋਟ ਕਿੱਥੋਂ ਪੈਂਦੀ? ਤੇ ਜੇ ਭਰਾ ਨੇ ਉਸ ਚੀਜ਼ ਦਾ ਫਾਇਦਾ ਲਿਆ ਵੀ ਮੈਂ ਆ ਕੇ ਤੇ ਉਹਦੀ ਮੱਲ ਮਾਰ ਲਾਂ ਉਸ ਜਗ੍ਹਾ ਤੇ ਠੀਕ ਹੈ। ਲੋਕੀ ਅਜੇ ਤੇ ਲੋਕਾਂ ਨੇ ਵੋਟ ਪਾਣੀ ਹੈ, ਅਜੇ ਤੇ ਲੋਕੀ ਦੜ ਵੱਟ ਕੇ ਬੈਠੇ ਆ। ਸਮਾਂ ਦੱਸੂਗਾ ਵੀ ਵੋਟ ਲੋਕ ਕਿਹਨੂੰ ਪਾਉਂਦੇ ਨੇ, ਕਿਹੜਾ ਪਿਆਰ ਕਰਦਾ। ਦੇਖੋ, ਜਿਹੜਾ ਲੋਕਾਂ ਦੇ ਦਿਲਾਂ 'ਚ ਵੱਸਦਾ ਨਾ, ਤੁਸੀਂ ਉਹਨੂੰ ਕਹੋ ਵੀ ਉਹਨਾਂ ਨੂੰ ਦਿਲਾਂ 'ਚੋਂ ਕੱਢ ਕੇ ਤੇ ਬਾਹਰ ਕਰ ਦਈਏ, ਉਹ ਨਹੀਂ ਹੁੰਦਾ। ਚਲੋ, ਜੇ ਪਾਰਟੀ ਨੇ ਡਿਸੀਜਨ ਲੈ ਲਿਆ, ਉਹ ਇੱਕ ਵੱਡਾ ਚਿਹਰਾ ਸੀ, ਡਿਸੀਜਨ ਲੈ ਲਿਆ, ਮੇ ਬੀ ਉਹਨਾਂ ਦੇ ਮਨ ਦੀ ਵੀ ਕੋਈ ਇੱਛਾ ਹੋਏ ਵੀ ਮੈਂ ਪੰਜਾਬ ਨੂੰ ਲੀਡ ਕਰਾਂ ਜਾਂ ਕਿਸੇ ਤਰੀਕੇ ਨਾਲ, ਠੀਕ ਹੈ, ਉਹਨਾਂ ਡਿਸੀਜਨ ਲੈ ਲਿਆ। ਅਸੀਂ ਪਾਰਟੀ ਦਾ ਸੋਚਣਾ ਪਾਰਟੀ ਦਾ ਬਣਦਾ ਸੀ ਵੀ ਜਿਹੜੇ ਆਦਮੀ ਨੇ ਇੱਥੇ ਵਰਕ ਕੀਤਾ ਹੈ, ਜਿਹੜਾ ਆਪਣੀ ਸੀਟ ਨੂੰ ਟੌਪ 10 'ਚ ਲੈ ਕੇ ਆਇਆ, ਕੀ ਅਸੀਂ ਉਹਨੂੰ ਰਿਪਲੇਸ ਕਰਨ ਲਈ ਦੇ ਦਿੰਦੇ ਉਹਨਾਂ ਨੂੰ ਕਿਤੇ ਹੋਰ ਸੀਟ? ਉਹ ਕਿਤੇ ਦੇ ਦਿੰਦੇ। ਇਹ ਵੀ ਮੈਨੂੰ ਪਤਾ ਹੈ ਵੀ ਉਹਨਾਂ ਨੂੰ ਆਫਰ ਕੀਤੀ ਗਈ, ਪਰ ਉਹਨਾਂ ਨੇ ਉਹ ਜ਼ਿੱਦ ਸੀ ਵੀ ਨਹੀਂ, ਮੈਂ ਕਾਦੀਆਂ ਹੀ ਲੜਨੀ, ਮੇਰੀ ਸਾਡੀ ਜਨਮ ਭੂਮੀ ਹੈ। ਕਈ ਬਹਾਨੇ ਲਾ ਕੇ ਵੀ ਮੈਂ ਹੈੱਡ ਆਫ ਦਾ ਫੈਮਿਲੀ ਹਾਂ ਤੇ ਸਾਨੂੰ ਕਾਦੀਆਂ ਦੇਤੀ, ਕੋਈ ਡਜ਼ਨਟ ਮੈਟਰ। ਤੁਹਾਨੂੰ ਨਹੀਂ ਲੋਕਾਂ ਨੇ ਕਿਹਾ ਕਿ ਕੋਈ ਨਾ ਬਾਜਵਾ ਸਾਹਿਬ, ਫਿਰ ਕੀ ਵੱਡੇ ਭਰਾ ਦੀ ਮਦਦ ਕਰ ਦਿਓ ਤੁਸੀਂ ਬੀਜੇਪੀ 'ਚ ਨਾ ਜਾ ਕੇ ਕਾਂਗਰਸ 'ਚ ਰਹਿ ਕੇ ਪ੍ਰਤਾਪ ਸਿੰਘ ਬਾਜਵਾ ਆਪਣੇ ਵੱਡੇ ਭਰਾ ਦੀ ਮਦਦ ਕਰ ਦਿੰਦੇ ਤੁਸੀਂ? ਹਰ ਬੰਦਾ ਮਦਦ ਕਰਨੀ ਲੋਕਾਂ ਨੇ, ਵੋਟਾਂ ਪਾਣੀਆਂ ਲੋਕਾਂ ਨੇ, ਸਮਝੇ ਕਿ ਨਹੀਂ? ਵੋਟਾਂ ਫਤਿਹ ਸਿੰਘ ਬਾਜਵਾ ਇਕੱਲੇ ਨੇ ਨਹੀਂ ਪਾਣੀਆਂ। ਸਿਟਿੰਗ ਐਮਐਲਏ ਹੈ ਤਾਂ ਸਹੀ, ਲੋਕਾਂ ਦੇ ਵਿੱਚ ਪੈਠ ਤਾਂ ਹੈਗੀ ਹੈ। ਮੈਂ ਕਿਹਾ ਆਪੇ ਵਕਤ ਦੱਸੂ। ਅਸੀਂ ਤੇ ਇੱਕ ਗੱਲ ਕਹਿੰਦੇ ਆ ਵੀ ਦੇਖੋ, ਹਮੇਸ਼ਾ ਕਿਸੇ ਨਾਲ ਵੀ ਫॉर दैट मैटर ਇਸ ਕਿਸਮ ਦਾ ਵਤੀਰਾ ਨਹੀਂ ਹੋਣਾ ਚਾਹੀਦਾ, ਪਾਰਟੀ ਨੂੰ ਨਹੀਂ ਕਰਨਾ ਚਾਹੀਦਾ।
ਮੈਂ ਪੋਲੀਟੀਕਲ ਮੇਰੇ ਇਕੱਲੇ ਦੀ ਕੋਈ ਸੋਚ ਹੈ, ਮੈਂ ਕਿਸੇ ਨੂੰ ਆਪਣੇ ਪਾਰਟੀ ਦਾ ਉਹ ਆਪਣਾ ਔਰਾ ਲੈ ਕੇ ਉਸ ਨਾਲ ਮੈਂ ਕਿਸੇ ਨਾਲ ਕੋਈ ਜ਼ਿਆਦਤੀ ਕਰਾਂਗਾ ਤਾਂ ਉਹ ਚੰਗੀ ਲੋਕਾਂ ਵਿੱਚ ਇੱਕ ਚੰਗਾ ਮੈਸੇਜ ਨਹੀਂ ਜਾਏਗਾ। ਬਟ ਐਨੀਵੇ ਆਈ ਰਿਸਪੈਕਟ ਜੋ ਕਾਂਗਰਸ ਨੇ ਕੀਤਾ, ਠੀਕ ਹੈ, ਉਹਨਾਂ ਨੇ ਆਪਣਾ ਨੂੰ ਜੋ ਫੈਸਲਾ ਲਿਆ। ਬਟ ਆਈ ਕੈਨ ਓਨਲੀ ਸੇ ਦੈਟ ਦੇ ਹੈਵ ਲੋਸਟ ਅ ਵੈਰੀ ਕ੍ਰੈਡੀਬਲ ਫੇਸ। ਔਰ ਜਿਸ ਬੰਦੇ ਨੇ ਆਪਣੀ ਜਗ੍ਹਾ ਇਸ ਇਲਾਕੇ ਸਾਰੇ ਮਾਝੇ 'ਚ ਬਣਾਈ ਸੀ, ਬਟ ਡਜ਼ਨਟ ਮੈਟਰ, ਮੈਨੂੰ ਖੁਸ਼ੀ ਹੈ ਮੈਂ ਬੀਜੇਪੀ ਲਈ ਕੰਮ ਕਰ ਰਿਹਾ, ਕਿਉਂਕਿ ਬੀਜੇਪੀ ਇੱਕ ਇਹੋ ਜਿਹੀ ਪਾਰਟੀ ਹੈ ਜਿਹੜਾ ਚੰਗੇ ਕੰਮ ਵਰਕਰ ਦੀ ਕਦੀ ਪਿੱਠ ਨਹੀਂ ਲੱਗਣ ਦਿੰਦੀ। ਮੈਨੂੰ ਯਕੀਨ ਹੈ, ਮੈਂ ਜੱਟ ਸਿੱਖ ਫੇਸ ਹਾਂ ਬੀਜੇਪੀ ਦਾ, ਔਰ ਮੈਨੂੰ ਮੇਰੇ ਲਈ ਸਕਾਈ ਇਜ਼ ਦਾ ਲਿਮਿਟ। ਮੈਂ ਜਿੰਨਾ ਕੰਮ ਕਰ ਲਾਂਗਾ ਉਸੇ ਤੇ ਮੈਨੂੰ ਪਾਰਟੀ ਜਿਹੜਾ ਮੈਨੂੰ ਅਗਾਂਹ ਵਧਾਏਗੀ। ਕਿੰਨੀਆਂ ਸੀਟਾਂ ਦੇਖਦੇ ਹੋ ਬਾਜਵਾ ਸਾਹਿਬ ਬੀਜੇਪੀ ਦੀਆਂ ਪੰਜਾਬ 'ਚ? ਦੇਖੋ, ਅੱਜ ਦੀ ਕੋਈ ਵੀ ਸੀਟਾਂ ਦੇ ਹੱਕ, ਕੋਈ ਵੀ ਕਹਿੰਦਾ ਵੀ ਮੇਰੀਆਂ ਜੀ 50 ਤੋਂ ਘੱਟ ਨਹੀਂ ਆਣੀਆਂ, ਮੇਰੀਆਂ ਇੰਨੇ ਤੋਂ ਘੱਟ ਨਹੀਂ ਆਣੀਆਂ। ਬਟ ਲੌਜੀਕਲੀ ਆਈ ਫੀਲ ਵੀ ਬੀਜੇਪੀ ਵਿਲ ਬੀ ਇਨ ਦਾ ਫਾਈਟ। ਬੀਜੇਪੀ ਵਿਲ ਬੀ ਇਨ ਦਾ ਫਾਈਟ। ਆਉਣ ਵਾਲੀ ਜਿਸ ਤਰੀਕੇ ਨਾਲ ਪੰਜਾਬ ਦੀ ਸਾਰੀ ਸਥਿਤੀ ਬਣੀ ਹੈ, ਜਿਹੜੀ ਖਿਚੜੀ ਬਣ ਰਹੀ ਹੈ, ਕੋਈ ਵੀ ਪਾਰਟੀ 30 35 40 ਤੋਂ ਵੱਧ ਨਹੀਂ ਦੱਸ ਰਹੀ, ਤੋ ਹੰਗ ਅਸੈਂਬਲੀ ਦੇ ਵਿੱਚ ਬੀਜੇਪੀ ਵਿਲ ਪਲੇ ਅ ਵੈਰੀ ਵੈਰੀ ਮੇਜਰ ਰੋਲ। ਔਰ ਉਹ ਰੋਲ ਤੁਹਾਨੂੰ ਅੱਜ ਤੋਂ 10 ਮਾਰਚ ਨੂੰ ਤੁਹਾਨੂੰ ਨਜ਼ਰ ਆ ਜਾਣਾ ਵੀ ਬੀਜੇਪੀ ਦਾ ਰੋਲ ਕੀ ਹੋਏਗਾ। ਇਹਨੇ ਜੋੜ ਤੋੜ ਕਰ ਲੈਣਾ। ਜੋੜ ਤੋੜ ਰਾਜਨੀਤੀ ਕਾਹਦੀ ਹੈ? ਰਾਜਨੀਤੀ ਕਾਹਦੀ ਹੈ? ਰਾਜਨੀਤੀ ਸਟੇਟ ਨੂੰ ਚਲਾਉਂਦੀ ਹੈ, ਜੋੜ ਤੋੜ ਲੋਕਾਂ ਨੇ ਕਰਨਾ। ਉਹਨਾਂ ਵੇਖਣਾ ਵੀ ਅਸੀਂ ਆਪਣੀ ਜਿਹੜੀ ਤਾਕਤ ਹੈ ਸੂਬੇ ਦੀ, ਇਹ ਕਿਹੜੇ ਕਿਹੜੇ ਹੱਥਾਂ 'ਚ ਦੇਣੀ ਹੈ। ਜਿਹੜੇ ਹੱਥਾਂ ਦੇ ਵਿੱਚ ਤਾਕਤ ਉਹ ਸਮਝਣਗੇ ਤੇ ਭਾਜਪਾ ਬੈਟਰ ਫੇਅਰ ਕਰਦੀ ਹੈ। ਬਾਕੀ ਸਟੇਟਾਂ 'ਚ ਤੁਸੀਂ ਵੇਖ ਲਓ, ਜਿੱਥੇ ਵੀ ਇੱਕ ਵਾਰ ਭਾਜਪਾ ਚਲੀ ਗਈ ਹੈ, ਉਹ 10-10 15-15 ਸਾਲ ਦੇ ਰਾਜ ਤੋਂ ਘੱਟ ਥੱਲੇ ਨਹੀਂ ਆਈ। ਔਰ ਕਾਂਗਰਸ ਮੁਕਤ ਭਾਰਤ ਉਹਨਾਂ ਦਾ ਜਿਹੜਾ ਨਾਰਾ ਹੈ, ਮੈਨੂੰ ਨਜ਼ਰ ਆਉਂਦਾ ਸ਼ੁਰੂ ਹੋ ਗਿਆ ਵੀ ਉਹ ਬੀਜੇਪੀ ਇਸ ਨਾਰੇ ਦੇ ਵਿੱਚ ਕਾਮਯਾਬ ਹੋ ਜਾਏ। ਲੰਬਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ ਰਹੇ ਹੋ, ਹੁਣ ਤੁਸੀਂ ਅਭਿਆਨ ਚਲਾ ਦੇਣਾ ਕਿ ਕਾਂਗਰਸ ਮੁਕਤ ਅਭਿਆਨ ਚੱਲ ਗਿਆ ਆਲਰੇਡੀ। ਕਮਲ ਦਾ ਫੁੱਲ 24 ਤੱਕ ਪੰਜਾਬ ਦੇ ਹਰ ਪਿੰਡ ਵਿੱਚ, ਹਰ ਦੂਜੇ ਘਰ ਦੇ ਉੱਤੇ ਕਮਲ ਦਾ ਝੰਡਾ ਲੱਗਾ ਹੋਊਗਾ। ਇਹ ਵਿਸ਼ਵਾਸ ਨਾਲ ਤੁਹਾਨੂੰ ਕਹਿ ਰਿਹਾ, ਕੰਮ ਕਰਾਂਗੇ ਡਟ ਕੇ। ਅਸੀਂ ਇਲੈਕਸ਼ਨਾਂ ਤੱਕ ਖਲੋਣਾ ਥੋੜ੍ਹਾ। ਤੁਹਾਡੇ ਘਰ ਤੇ ਕਿਹਦਾ ਝੰਡਾ ਲੱਗੂਗਾ? ਕਿਉਂਕਿ ਕੰਬਾਈਨਡ ਫੈਮਿਲੀ ਹੈ ਤੁਹਾਡੀ। ਦੇਖੋ, ਉਹਨਾਂ ਦਾ ਆਪਣਾ ਝੰਡਾ ਉਹ ਲਾਣ, ਕੋਈ ਗੱਲ ਨਹੀਂ। ਦੋ ਝੰਡੇ ਲੱਗਣਗੇ, ਇੱਕ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਕਾਂਗਰਸ ਵੱਲੋਂ, ਇੱਕ ਫਤਿਹਜੰਗ ਸਿੰਘ ਬਾਜਵਾ ਦਾ ਬੀਜੇਪੀ ਵੱਲੋਂ। ਇਹ ਵਕਤ ਦੱਸੇਗਾ, ਇਹ 10 ਮਾਰਚ ਤੋਂ ਬਾਅਦ ਪਤਾ ਲੱਗੇਗਾ ਵੀ ਝੰਡੇ ਕਿਹੜੇ ਕਿਹੜੇ ਝੂਲਣਗੇ। ਤੇ ਸੋ ਇਸ ਕਰਕੇ ਇਹ ਦੇਖੋ, ਇਹ ਇਲੈਕਸ਼ਨ ਹੈ, ਲੋਕਾਂ ਦੀ ਸੇਵਾ ਕਰਨੀ ਹੈ। ਇਹ ਅਸੀਂ ਆਪਣੀ ਕ੍ਰੈਡੀਬਿਲਿਟੀ ਤੇ ਵੋਟਾਂ ਲੈ ਕੇ ਜਾਣੀਆਂ ਨੇ। ਔਰ ਆਈ ਐਮ ਵੈਰੀ ਸ਼ੋਰ ਵੀ ਜਿੱਥੇ ਵੀ ਪਾਰਟੀ ਮੈਨੂੰ ਟਿਕਟ ਦੇਗੀ, ਅਸੀਂ ਉੱਥੇ ਚੰਗਾ ਕਰਕੇ ਨਿਕਲਾਂਗੇ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਰੋਲ ਕਿੰਨਾ ਕੁ ਵੱਡਾ ਦੇਖਦੇ ਹੋ ਤੁਸੀਂ ਇਸ ਇਲੈਕਸ਼ਨ ਦੇ ਵਿੱਚ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਕੁਰਸੀ ਤੋਂ ਲਾ ਦਿੱਤਾ ਜਾਂਦਾ ਹੈ, ਉਹਨਾਂ ਦਾ ਰੋਲ ਕਿੰਨਾ ਕੁ ਵੱਡਾ ਹੋਏਗਾ ਇਸ ਇਲੈਕਸ਼ਨ 'ਚ? ਉਹ ਕਹਿੰਦੇ ਕਿ ਮੈਂ ਕਾਂਗਰਸ ਨੂੰ ਹਰਾਉਣ ਵਾਸਤੇ ਮੈਦਾਨ ਦੇ ਵਿੱਚ ਹਾਂ, ਸਿੱਧੂ ਨੂੰ ਵੀ ਹਰਾਉਣਾ। ਦੇਖੋ, ਇਸ 'ਚ ਕੋਈ ਦੋ ਰਾਏ ਨਹੀਂ ਵੀ ਕੈਪਟਨ ਸਾਹਿਬ ਨੂੰ ਆਪਾਂ ਇੱਕ ਛੋਟਾ ਫੇਸ ਨਹੀਂ ਕਹਿ ਸਕਦੇ। ਕੈਪਟਨ ਸਾਹਿਬ ਨੇ 10 ਸਾਲ ਪੰਜਾਬ 'ਤੇ ਰਾਜ ਕੀਤਾ। ਇੱਕ ਚੰਗੇ ਮੁੱਖ ਮੰਤਰੀ ਦੇ ਵਜੋਂ 2002 ਤੋਂ ਜਿਹੜੀ ਉਹ 7 ਵਾਲੀ ਉਹਨਾਂ ਦੀ ਟੈਨਿਓਰ ਸੀ, ਬਹੁਤ ਵਧੀਆ ਰਹੀ। ਇਸ ਟੈਨਿਓਰ ਦੇ ਵਿੱਚ ਥੋੜ੍ਹਾ ਜਿਹਾ ਸੈਟਬੈਕ ਉਹਨਾਂ ਨੂੰ ਕੋਵਿਡ ਕਰਕੇ ਵੀ ਲਾ ਲਓ, ਵੀ ਸਾਲ 1.5 ਸਾਲ ਤੱਕ ਕੋਵਿਡ ਹੀ ਰਹਿ ਗਿਆ। ਇਹ ਸਮਾਂ ਜਿਹੜਾ ਕਾਂਗਰਸ ਦਾ 1.5 ਸਾਲ ਤੱਕ ਕੋਵਿਡ ਖਾ ਗਿਆ। ਔਰ ਮੈਂ ਸਮਝਦਾ ਵੀ ਕੈਪਟਨ ਸਾਹਿਬ ਬਹੁਤ ਵੱਡਾ ਰੋਲ ਪਲੇ ਕਰਨਗੇ। ਕਾਂਗਰਸ ਦਾ ਤੇ ਪਤਨ ਹੋ ਗਿਆ, ਇਸ ਗੱਲ ਨੂੰ ਤੁਸੀਂ ਇਹ ਸਮਝ ਲਓ ਜੇ, ਕਿਉਂਕਿ ਪਾਰਟੀ ਆਪਸ ਹੀ ਮਾਰੀ ਤੁਰੀ ਜਾਣ ਦੀ, ਦੂਜੇ ਦੁਸ਼ਮਣ ਦੀ ਤੇ ਲੋੜ ਹੀ ਨਹੀਂ ਉਹਨਾਂ ਨੂੰ, ਆਪਸ ਹੀ ਇੱਕ ਦੂਜੇ ਨੂੰ ਕੱਟ ਰਹੇ ਨੇ। ਤੋ ਮੈਂ ਸਮਝਦਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਉਹ ਹੈ ਵੀ ਜਿਹੜੀ ਕਾਂਗਰਸ ਕੋ ਚੰਦ ਸੀਟਾਂ ਰਹਿਣਗੀਆਂ, ਜਿਹੜੇ ਵੱਡੇ ਦਿੱਗਜ ਕਹਿੰਦੇ ਨੇ, ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜ਼ਰੂਰ ਸੁੱਟ ਲੈਣਾ। ਔਰ ਲੋਕਾਂ ਦਾ ਵੀ ਮਨ ਹੈ ਉਹਨਾਂ ਨੂੰ ਢਾਹ ਲਾਉਣ ਦੀ। ਕੈਪਟਨ ਸਾਹਿਬ ਦਾ ਵੀ ਇਹ 1 ਪੁਆਇੰਟ ਏਜੰਡਾ ਵੀ ਮੈਂ ਕਾਂਗਰਸ ਨੂੰ ਸੁੱਟਣਾ ਤੇ ਬੀਜੇਪੀ ਨੂੰ ਮੈਂ ਲੈ ਕੇ ਆਉਣਾ ਪਾਵਰ 'ਚ। ਤੇ ਉਹ ਕੀ ਕੰਟਰੀਬਿਊਟ ਕਰਦੇ ਨੇ ਟੂਵਰਡਸ ਮੇਕਿੰਗ ਦਾ ਗਵਰਨਮੈਂਟ, ਜਾਂ ਬੀਜੇਪੀ ਦੀ ਕਿੰਨੀਆਂ ਸੀਟਾਂ ਆਉਂਦੀਆਂ ਨੇ, ਉਹਦੇ ਵਿੱਚ ਕੀ ਕੰਟਰੀਬਿਊਸ਼ਨ, ਇਹ ਵਕਤ ਦੱਸ। ਸਿੱਧੂ ਦਾ ਕੀ ਰੋਲ ਰਹਿਣ ਵਾਲਾ ਇਸ ਇਲੈਕਸ਼ਨ ਦੇ ਵਿੱਚ, ਕਿਵੇਂ ਦੇਖਦੇ ਹੋ? ਮੈਂ ਸਮਝਦਾ ਨਵਜੋਤ ਡੇ ਬਾਏ ਡੇ ਵੀਕ ਹੋਇਆ। ਨਵਜੋਤ ਹੋਰਾਂ ਦਾ ਜਿਹੜਾ ਉਹ ਪੰਜਾਬ ਮਾਡਲ ਦੀ ਗੱਲ ਕਰ ਰਹੇ ਸੀ, ਜਾਂ ਜਿਹੜੀ ਵੀ ਗੱਲ ਕਰਦੇ ਸੀ, ਲੋਕਾਂ ਦੀ ਐਕਸੈਪਟੇਬਿਲਿਟੀ ਨਹੀਂ ਆਈ। ਲੋਕਾਂ ਨੂੰ ਐਂ ਲੱਗਾ ਵੀ ਇਹ ਰੌਲਾ ਜ਼ਿਆਦਾ ਹੈ ਤੇ ਇਹਦੇ ਵਿੱਚ ਸੱਚਾਈ ਘੱਟ ਹੈ। ਪੰਜਾਬ ਮਾਡਲ
ਕੀ ਕਰਨਾ ਹੈ, ਪੰਜਾਬ ਮਾਡਲ ਦਾ ਕਿਹਨੂੰ ਨਹੀਂ ਆਉਂਦਾ। ਸਰਕਾਰ ਚੰਗੀ ਚਲਾਣੀ, ਸਰਕਾਰ ਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ, ਇਹ ਸਾਰੀਆਂ ਚੀਜ਼ਾਂ ਬਹੁਤ ਡਿਪੈਂਡ ਕਰਦੀਆਂ ਨੇ। ਤਾਂ ਕਦੇ ਮੁੱਖ ਮੰਤਰੀ ਬਣ ਸਕਦੇ ਨਵਜੋਤ ਸਿੰਘ ਸਿੱਧੂ? ਮੁਸ਼ਕਲ ਲੱਗ ਰਿਹਾ ਮੈਨੂੰ, ਮੁਸ਼ਕਲ ਲੱਗ ਗਿਆ। ਵਿਸ਼ ਹਿਮ ਆਲ ਦਾ ਬੈਸਟ। ਹਰ ਬੰਦੇ ਦੀ ਇੱਕ ਮਨ ਦੀ ਇੱਛਾ ਹੁੰਦੀ ਹੈ ਵੀ ਪੰਜਾਬ ਨੂੰ ਲੀਡ ਕਰਾਂ, ਪੰਜਾਬ ਦੇ ਲਈ ਕੁਝ ਕਰਕੇ ਦਿਖਾਵਾਂ। ਪਰ ਜਿਹੜੇ ਹਾਲਾਤ ਕਾਂਗਰਸ 'ਚ ਚੱਲ ਰਹੇ ਨੇ ਔਰ ਜਿਸ ਕਦਰ ਸਾਰੇ ਧੜੇ ਉਹਨਾਂ ਨੂੰ ਸਿੰਗਲ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਟ ਵਿਲ ਬੀ ਵੈਰੀ ਵੈਰੀ ਡਿਫਿਕਲਟ ਫॉर ਸਰਦਾਰ ਨਵਜੋਤ ਸਿੰਘ ਸਿੱਧੂ ਟੂ ਸਰਵਾਈਵ ਇਨ ਦਿਸ ਕਾਈਂਡ ਆਫ ਸਿਚੁਏਸ਼ਨ। ਮੈਂ ਤਾਂ ਪੁੱਛਿਆ ਤੁਹਾਨੂੰ ਕਿਉਂਕਿ ਮਾਝੇ ਵਾਲੇ ਜਿਹੜੇ ਨਾਲ ਖੜੇ ਸੀਗੇ ਡਟ ਕੇ, ਮਾਝਾ ਬ੍ਰਿਗੇਡ ਜਿਹੜੀ ਕਹੀ ਜਾਂਦੀ ਹੈ, ਭਾਵੇਂ ਉਹਨਾਂ ਦੇ ਵਿੱਚ ਤੁਸੀਂ ਵੀ ਸ਼ਾਮਲ ਸੀਗੇ, ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਜਾਂਦਾ ਹੈ, ਸਿੱਧੂ ਉਸ ਤੋਂ ਪਹਿਲਾਂ ਪ੍ਰਧਾਨ ਬਣਦੇ ਆ, ਉਹੀ ਖਿਲਾਫ ਹੋਏ ਉਹ ਹੁਣ ਕਹਿੰਦੇ ਕਿ ਚੰਨੀ ਚਿਹਰਾ ਹੋਣੇ ਚਾਹੀਦੇ ਆ ਮੁੱਖ ਮੰਤਰੀ ਦਾ ਪੰਜਾਬ ਕਾਂਗਰਸ ਲਈ। ਦੇਖੋ, ਇਹ ਉਹਨਾਂ ਦਾ ਇਹ ਇੱਕ ਸਮਝ ਲਓ ਉਹਨਾਂ ਦਾ ਇਹ ਛੜਯੰਤਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਡੇ 1 ਤੋਂ ਸੀ। ਸੱਤਾ 'ਚ ਆਉਣਾ, ਨਵਜੋਤ ਦਾ ਚਿਹਰਾ ਲੈ ਕੇ ਸੱਤਾ 'ਚ ਆਏ, ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ। ਉਸ ਤੋਂ ਬਾਅਦ ਜਦੋਂ ਉਹ ਪੋਜੀਸ਼ਨ ਸੈੱਟ ਹੋ ਗਏ, ਉਹ ਨਵਜੋਤ ਨੂੰ ਕੱਟਣਾ ਸ਼ੁਰੂ ਕਰਤਾ, ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉਸ ਟਰੈਪ 'ਚ ਆ ਗਏ। ਔਰ ਦਿਨੋਂ ਦਿਨ ਉਹੀ ਜਿਹੜੇ ਮਾਝਾ ਐਕਸਪ੍ਰੈਸ ਹੈ, ਜਿਨ੍ਹਾਂ ਕਿਸੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ 'ਤੇ ਛੁਰਾ ਮਾਰਿਆ, ਫਿਰ ਨਵਜੋਤ ਦੀ ਪਿੱਠ 'ਤੇ ਛੁਰਾ ਮਾਰਿਆ। ਹੁਣ ਅਖੀਰ ਪਤਾ ਨਹੀਂ ਉਹਨਾਂ ਦੇ ਆਪੇ ਵੱਜ ਬੁੱਝ ਜਾਣੇ ਨੇ, ਕੰਮ ਖਤਮ ਹੋ ਜਾਣਾ, ਕਿਉਂਕਿ ਜਿਹੜਾ ਕਿਸੇ ਦੇ ਪਿੱਠਾਂ ਛੁਰਾ ਮਾਰਦਾ, ਰੱਬ ਉਹਨਾਂ ਦੀ ਪਿੱਠ 'ਚ ਮਾਰਦਾ। ਕਹਿੰਦੇ ਕਿ ਸੁਖੀ ਰੰਧਾਵਾ ਹੁਣੀ ਜਦੋਂ ਸੀਐਮ ਬਣਨ ਜਾ ਰਹੇ ਸੀਗੇ, ਸੀਐਮ ਬਣ ਚੱਲੇ ਸੀ, ਕਹਿੰਦੇ ਕਿ ਸਿੱਧੂ ਨੇ ਰੋੜਾ ਅਟਕਾਤਾ। ਉਹ ਤਾਂ ਸੱਚ ਹੈ, ਕਿਹਨੂੰ ਨਹੀਂ ਪਤਾ, ਕਿਉਂਕਿ ਉਹਨੇ ਕਿਹਾ ਜੇ ਜੱਟ ਬਣੇਗਾ ਤਾਂ ਇੱਕੋ ਹੀ ਬਣੇਗਾ, ਨਵਜੋਤ ਸਿੰਘ ਸਿੱਧੂ। ਤੇ ਉਦੋਂ ਠੀਕ ਹੈ, ਉਹਦਾ ਜ਼ੋਰ ਚੱਲ ਗਿਆ, ਤੇ ਜਦੋਂ ਜ਼ੋਰ ਚੱਲ ਗਿਆ ਤੇ ਦੂਜੇ ਰਹਿ ਗਏ। ਫਿਰ ਜਦੋਂ ਨਾਰਾਜ਼ਗੀ ਇਸੇ ਗੱਲ ਕਰਕੇ ਵੀ ਹੈ, ਕਹਿੰਦੇ ਕਿ ਜੱਟ ਬਣੇਗਾ ਤਾਂ ਮੈਂ ਹੀ ਬਣੂੰਗਾ, ਤਾਂ ਇਸੇ ਕਰਕੇ ਵੀ ਮਾਝਾ ਐਕਸਪ੍ਰੈਸ ਨਾਰਾਜ਼ ਹੋ ਗਈ ਹੈ। ਫਿਰ ਕਿਉਂ ਨਾ ਹੋਏਗੀ, ਕਿਉਂਕਿ ਦੇਖੋ ਨਵਜੋਤ ਸਿੰਘ ਸਿੱਧੂ ਨੇ ਸਾਰਾ ਡਰਾਮਾ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਲਾਹੁਣ ਦਾ, ਉਹਨੂੰ ਤਾਂ ਮੋਹਰਾ ਹੀ ਬਣਾਇਆ ਗਿਆ ਨਾ, ਉਹਦਾ ਮੁਖੌਟਾ ਵਰਤਿਆ ਗਿਆ। ਉੱਪਰ ਹਾਈ ਕਮਾਂਡ 'ਚ ਵੀ ਨਵਜੋਤ ਸਿੰਘ ਸਿੱਧੂ ਦੀ ਉਦੋਂ ਕਾਫੀ ਪਕੜ ਸੀ, ਲੋਕ ਉਹਨੂੰ ਚਾਹ ਰਹੇ ਸੀਗੇ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਨਵਜੋਤ ਹੋਰੀ ਐਕਸਪੋਜ਼ ਹੋ ਕੇ, ਜਿਹੜਾ ਇਹ ਸਾਰੇ ਇਕੱਠੇ ਹੋ ਕੇ ਨਵਜੋਤ ਹੋਰਾਂ ਨੂੰ ਕੱਟਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਨੇ, ਉਹ ਸਾਰਾ ਕੁਝ ਜਗ ਜ਼ਾਹਿਰ ਹੈ ਲੋਕਾਂ ਨੂੰ। ਔਰ ਜਦੋਂ ਲੋਕ ਕਿਸੇ ਨਾਲ ਬੇਈਮਾਨੀਆਂ ਕਰਦੇ ਨੇ, ਉਹਨਾਂ ਨੂੰ ਵਰਤ ਕੇ ਆਪ ਛੜਪਾ ਮਾਰ ਕੇ ਤਾਂ ਜਾਣਾ ਚਾਹੁੰਦੇ ਨੇ, ਉਹ ਅਲਟੀਮੇਟਲੀ ਰੱਬ ਉਹਨਾਂ ਨਾਲ ਉਹ ਜਿਹੜੀ ਅੱਗੇ ਖਾਈ ਖੋਦੀ ਹੁੰਦੀ ਹੈ, ਉਹ ਉਹਦੇ ਵਿੱਚ ਜਾ ਕੇ ਡਿੱਗਦੇ ਆ। ਤੇ ਆਈ ਵਿਸ਼ ਐਵਰੀਵਨ ਵੈਰੀ ਬੈਸਟ। ਬਟ ਜੋ ਅੱਜ ਕਾਂਗਰਸ ਦਾ ਹਾਲ ਹੈ, ਮੈਨੂੰ ਇਹ ਲੱਗਦਾ ਵੀ ਕਾਂਗਰਸ ਕਿਤੇ ਤੀਜੇ ਚੌਥੇ ਨੰਬਰ ਤੇ ਨਾ ਹੈ। ਤੁਹਾਡੇ ਭਰਾ ਜਿੱਤ ਜਾਣਗੇ ਕਿ ਨਹੀਂ, ਪ੍ਰਤਾਪ ਸਿੰਘ ਬਾਜਵਾ? ਇਹ ਲੋਕ ਦੱਸਣਗੇ। ਕੋਈ ਆਈਡੀਆ ਤਾਂ ਹੁੰਦਾ, ਤੁਹਾਨੂੰ ਆਈਡੀਆ ਹੋ ਗਿਆ ਹੋਣਾ ਵੀ ਕਿੱਥੇ ਕਿ ਜੇ ਕਿੰਨੀਆਂ ਕੁ ਵੋਟਾਂ ਪੈਣੀਆਂ? ਅਜੇ ਕੋਈ ਲੋਕ ਮੰਨ ਨਹੀਂ ਦੇ ਰਹੇ। ਲੋਕ ਤੁਸੀਂ ਦੇਖੋ, ਯੂਥ ਦੀ ਰੈਲੀ ਨਹੀਂ ਹੋ ਰਹੀ ਕਿਤੇ ਵੀ, ਵਿਮਨ ਕਿਤੇ ਵੀ ਰੈਲੀਜ਼ ਨਹੀਂ ਹੋ ਰਹੀਆਂ। ਸੋ ਇਹਨਾਂ ਤੋਂ ਬਿਨਾਂ ਜਿਹੜਾ 70-75% ਹਿੱਸਾ ਜਿਹੜਾ ਵੋਟਰ ਦੇ ਵਿੱਚ ਯੂਥ ਔਰ ਵਿਮਨ ਦਾ ਹੁੰਦਾ ਹੈ, ਉਹ ਦਿਖ ਨਹੀਂ ਰਿਹਾ ਕਿਤੇ ਵੀ। ਸੋ ਇਹ ਚੀਜ਼ਾਂ ਜਿੰਨੀ ਦੇਰ ਤੱਕ ਦਿਖਣ ਨਾ, ਉਹ ਵਨ ਵੇ ਵਾਲੀ ਕਹਾਣੀ ਆਂਦੀ ਨਹੀਂ, ਕਿਉਂਕਿ ਲੋਕ ਜਦੋਂ ਦਿਲਾਂ ਦੇ ਵਿੱਚ ਕੋਈ ਚੀਜ਼ ਰੱਖਦੇ ਨੇ, ਉਹ ਚੀਜ਼ ਉੱਭਰ ਕੇ ਬਾਹਰ ਨਹੀਂ ਆਂਦੀ, ਤਾਂ ਫਿਰ ਤੁਸੀਂ ਵੋਟਰ ਨੂੰ ਜੱਜ ਕਰਨਾ ਬੜਾ ਔਖਾ ਹੋ ਜਾਂਦਾ। ਬਾਜਵਾ ਸਾਹਿਬ, ਮੇਰਾ ਅਖੀਰਲਾ ਸਵਾਲ ਹੈ, ਬੀਜੇਪੀ ਦਾ ਸੀਐਮ ਫੇਸ ਕੌਣ ਹੋਏਗਾ? ਬੀਜੇਪੀ ਪਾਰਟੀ ਦੇਖੇਗੀ, ਪਾਰਟੀ ਇਹ 'ਤੇ ਡਿਸਾਈਡ ਕਰੇਗੀ। ਕਿਸੇ ਨੇ ਇਸ ਬਾਰੇ ਵਿਚਾਰ ਨਹੀਂ ਕੀਤਾ। ਪਾਰਟੀ ਜਿਹਨੂੰ ਠੀਕ ਸਮਝੇਗੀ ਔਰ ਅਲਟੀਮੇਟਲੀ ਟਾਈਮ ਨਾਲ ਉਹ ਆਪਣਾ ਸੀਐਮ ਚਿਹਰਾ ਜ਼ਰੂਰ ਲੈ ਕੇ ਆਉਣਗੇ। ਔਰ ਮੈਨੂੰ ਯਕੀਨ ਹੈ ਵੀ ਜਦੋਂ ਵੀ ਉਹ ਲੈ ਕੇ ਆਉਣਗੇ, ਇੱਕ ਕਲੀਨ ਸਾਫ਼ ਇਮੇਜ ਦਾ ਵਿਅਕਤੀ ਲੈ ਕੇ ਆਉਣਗੇ, ਕਿਉਂਕਿ ਬੀਜੇਪੀ ਦੀ ਇੱਕ ਗੱਲ ਦੀ ਬੜੀ ਹੈ ਵੀ ਉਹ ਕਰਪਸ਼ਨ ਨੂੰ ਬਿਲਕੁਲ ਟੋਲਰੇਟ ਨਹੀਂ ਕਰਦੇ। ਚਾਹੇ ਤੁਸੀਂ ਸੈਂਟਰ 'ਚ ਦੇਖ ਲਓ, ਤੁਹਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਜ਼ਰ ਨਹੀਂ ਆਏਗੀ ਵੀ ਕੋਈ ਕਹੇ ਵੀ ਫਲਾਣੇ ਨੇ ਸਕੈਮ ਕਰਤਾ ਜੀ, ਫਲਾਣੇ ਦੀ ਕਰਪਸ਼ਨ ਹੋ ਗਈ। ਸੋ ਦੇ ਆਰ ਵੈਰੀ ਵੈਰੀ ਕਲੀਅਰ ਔਨ ਦੈਟ। ਜਿਹੜਾ ਵੀ ਚਿਹਰਾ ਲੈ ਕੇ ਆਣਗੇ ਉਹਨੂੰ ਸਾਰੇ ਵੈਲਕਮ ਕਰਨਗੇ। ਗੱਲ ਜਿਹੜੀ ਕਹਿ ਰਹੇ ਹੋ, ਦੂਸਰੇ ਬੰਨੇ ਚਰਚਾ ਚੱਲਦੀ ਹੈ, ਕਹਿੰਦੇ ਕਿ ਬੀਜੇਪੀ ਕੋਲੇ ਪਤਾ ਨਹੀਂ ਕਿਹੜੀ ਵਾਸ਼ਿੰਗ ਮਸ਼ੀਨ ਹੈ ਜਿਹਦੇ ਤੇ ਵੀ ਲੱਗਦਾ ਕਿ ਈਡੀ ਦੀ ਰੇਡ ਹੋਣ ਵਾਲੀ ਜਾਂ ਕੋਈ ਕਰਪਸ਼ਨ ਦੇ ਚਾਰਜ ਹੁੰਦੇ, ਉਹ ਬੀਜੇਪੀ ਸ਼ਾਮਲ ਹੋ ਜਾਂਦਾ ਤਾਂ ਧੋ ਦਿੰਦੇ ਆ ਉਹਨੂੰ, ਸਾਫ਼ ਹੋ ਜਾਂਦਾ। ਕਿਹੜਾ ਬੰਦਾ ਜਿੱਤੇ ਈਡੀ ਦਾ ਰੇਡ ਹੋਣਾ ਜਿਹੜਾ ਜੁਆਇਨ ਕੀਤਾ? ਇੱਕ ਨਾਂ ਲੈ ਲਓ। ਕਹਿੰਦੇ ਕੋਈ ਕਰਪਸ਼ਨ ਹੋਵੇ, ਜਾਂ ਕਹਿੰਦੇ ਰਾਣਾ ਸੋਢੀ ਹੁਣਾਂ ਦਾ ਜ਼ਿਕਰ ਕਰਦੇ ਆ, ਕਹਿੰਦੇ ਕਿ ਉਹਨਾਂ ਨੂੰ ਡਰ ਸੀ ਕਿ ਕੋਈ ਨਾ ਕੋਈ ਏਜੰਸੀਆਂ ਵੱਲੋਂ ਕਾਰਵਾਈ ਕੀਤੀ ਜਾ ਸਕਦੀ। ਦੇਖੋ, ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਹੋਵੋ, ਪਾਰਟੀ ਤੁਹਾਨੂੰ ਟਾਰਗੇਟ ਕਰਨਾ ਸ਼ੁਰੂ ਕਰ ਦੇ, ਤੁਹਾਡੇ ਕੋਲ ਕੀ ਚਾਰਾ? ਰਾਣੇ ਗੁਰਮੀਤ ਸੋਢੀ ਦੇ ਕੀ ਕੋਈ ਚਾਰजेस ਨਹੀਂ ਸੀ? ਉਹਨੇ ਤੇ ਆਪਣਾ ਇੱਕ ਰਾਹ ਵੇਖਿਆ ਵੀ ਮੈਂ ਕਿਹੜੀ ਪਾਰਟੀ 'ਚ ਜਾ ਕੇ ਪਾਰਟੀ ਦੀ ਸੇਵਾ ਕਰ ਸਕਦਾ, ਕਿੱਥੇ ਮੈਨੂੰ ਤਸੱਲੀ। ਹਰ ਬੰਦੇ ਦੇ ਆਪਣੇ ਮਨ ਦੀ ਤਸੱਲੀ ਹੁੰਦੀ ਹੈ, ਔਰ ਹਰ ਇੱਕ ਨੇ ਆਪਣਾ
ਰਾਈਟ ਹੈਗਾ ਤੁਹਾਡੇ ਕੋਲ ਜਿੱਥੇ ਜਾ ਕੇ ਤੁਸੀਂ ਕੰਮ ਕਰਨਾ। ਅਸੀਂ ਤੇ ਕੰਮ ਕਰਨ ਵਾਲੇ ਬੰਦੇ ਆ ਤੇ ਕੰਮ ਕਰਕੇ ਜਿਹੜਾ ਪਾਰਟੀ ਨੂੰ ਅੱਗੇ ਲੈ ਕੇ ਆਵਾਂਗੇ। ਥੈਂਕ ਯੂ ਜੀ, ਥੈਂਕ ਯੂ। ਫਤਿਹ ਜੰਗ ਸਿੰਘ ਬਾਜਵਾ ਸਾਡੇ ਨਾਲ ਸਨ। ਫਤਿਹ ਜੰਗ ਬਾਜਵਾ ਹੁਣੀ ਬੀਜੇਪੀ ਦੇ ਵਿੱਚ ਆ ਗਏ ਨੇ ਔਰ ਕਹਿ ਰਹੇ ਨੇ ਕਿ ਬੀਜੇਪੀ ਨੇ ਜਿਹੜੇ ਕੰਮ ਸਿੱਖਾਂ ਵਾਸਤੇ ਕੀਤੇ ਆ, ਪੰਜਾਬ ਵਾਸਤੇ ਕੀਤੇ ਆ, ਬੀਜੇਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਮੈਂ ਬੀਜੇਪੀ ਦੇ ਵਿੱਚ ਆਇਆ ਤੇ ਨਾਲ ਹੀ ਇਹ ਕਹਿ ਰਹੇ ਹੈ ਕਿ ਇਸ ਵਾਰ ਕਾਂਗਰਸ ਦਾ ਬਹੁਤ ਮਾੜਾ ਹਾਲ ਹੋਣ ਵਾਲਾ ਹੈ ਤੇ ਨਾਲ ਹੀ ਇਹ ਕਹਿ ਰਹੇ ਨੇ ਕਿ ਤੁਸੀਂ ਵੋਟਾਂ ਪੈਣ ਦਿਓ, ਉਸ ਤੋਂ ਬਾਅਦ ਦੇਖਿਓ ਸਰਕਾਰ ਬੀਜੇਪੀ ਦੀ ਬਣਨ ਜਾ ਰਹੀ ਹੈ। ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ।